स्वागत प्रोग्राम गल्लां ते गीत सारे दर्शकों ਨੂੰ जी आया जी। मैं हाँ वरुण कौर मान। सारा देश आज़ादी का अमृत महोत्सव मना रहा है। ਜਿਹੜੇ आज़ादी घुलाटियां ने इस संघर्ष ਦੇ ਵਿੱਚ योगदान पाया ਉਹਨਾਂ ਨੂੰ ਆਪਾਂ याद कर रहे हैं। ਅੱਜ ਆਪਾਂ ਗੱਲ ਕਰਾਂਗੇ ਕੂਕਾ ਅੰਦੋਲਨ ਦੇ ਸੰਸਥਾਪਕ ਸਤਿਗੁਰੂ ਰਾਮ ਸਿੰਘ ਜੀ ਹੋਣਾ ਦੀ। ਸੋ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਡਾਕਟਰ ਅਰੁਣ ਮਹਿਰਾ ਜੀ, ਜੋ ਕਿ ਰਿਟਾਇਰਡ ਐਸੋਸੀਏਟ ਪ੍ਰੋਫੈਸਰ ਨੇ ਹਿੰਦੂ ਕਾਲਜ ਅੰਮ੍ਰਿਤਸਰ ਤੋਂ, ਹੈੱਡ ਰਹੇ ਨੇ ਪੋਲੀਟੀਕਲ ਸਾਇੰਸ ਡਿਪਾਰਟਮੈਂਟ ਦੇ। बहुत स्वागत है जी आया ਨੂੰ। ਗੱਲ ਕਰ ਰਹੇ ਹਾਂ ਸਤਿਗੁਰੂ ਰਾਮ ਸਿੰਘ ਜੀ ਦੀ, ਕੂਕਾ ਅੰਦੋਲਨ ਦੇ ਸੰਸਥਾਪਕ। शुरुआत ਤਾਂ ਜੀਵਨ ਤੋਂ ਹੀ ਕਰਨੀ ਪਏਗੀ ਕਿ ਕਿਵੇਂ ਉਹਨਾਂ ਦਾ ਬਚਪਨ ਸ਼ੁਰੂ ਹੁੰਦਾ ਹੈ, ਕਿਵੇਂ ਉਹਨਾਂ ਨੂੰ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਆਉਣ ਦੇ ਲਈ ਪ੍ਰੋਤਸਾਹਨ ਮਿਲਦਾ ਹੈ। ਸਭ ਤੋਂ ਪਹਿਲੇ ਤਾਂ ਮੈਂ ਜਲੰਧਰ ਦੂਰਦਰਸ਼ਨ ਦਾ ਬਹੁਤ ਧੰਨਵਾਦੀ ਹਾਂ ਜੀ ਕਿ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਸਮੇਂ ਜੀ ਇੱਕ ਇਹੋ ਜਿਹੀ ਮਹਾਨ ਸ਼ਖਸੀਅਤ ਜਿਹੜੀ ਮੇਰੇ ਅਨੁਸਾਰ ਇੱਕ ਮੁੱਢਲੀ ਸ਼ਖਸੀਅਤ ਹੈ 1857 ਤੋਂ ਬਾਅਦ ਜੀ, ਜਿਹਨੇ ਆਜ਼ਾਦੀ ਦੀ ਲਾਟ ਜਿਹੜੀ ਹੈ ਉਹਨੂੰ ਹੋਰ ਜ਼ਿਆਦਾ ਪਹਾਇਆ ਸ਼ੁਰੂ ਕੀਤਾ ਜੀ। ਉਹਦੇ ਨਾਲ ਵਿਚਾਰ ਸਾਂਝੇ ਤੁਹਾਡੇ ਰਾਹੀਂ ਸਾਰੇ ਲੋਕਾਂ ਨਾਲ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜੀ। ਸਤਿਗੁਰੂ ਰਾਮ ਸਿੰਘ ਜੀ ਦਾ ਜਨਮ 1815 ਦੇ ਵਿੱਚ ਜੀ ਲੁਧਿਆਣਾ ਦੇ ਇੱਕ ਛੋਟੇ ਜਿਹੇ ਪਿੰਡ ਪੈਣੀ ਗਾਉਂ ਨੂੰ ਕਹਿੰਦੇ ਆ ਉੱਥੇ ਹੋਇਆ ਜੀ। ਬਹੁਤ ਹੀ ਇੱਕ ਆਮ ਜਿਹਾ ਪਰਿਵਾਰ ਸੀ। ਪਿਤਾ ਜੀ ਇਹਨਾਂ ਦੇ ਕਾਰਪੈਂਟਰ ਸਨ, ਤਰਖਾਨ ਸਨ ਜੀ, ਔਰ ਬੜਾ ਸੱਚਾ ਸਿੱਧਾ ਸਾਦਾ ਜੀਵਨ ਨਿਰਵਾਹ ਕਰਦੇ ਸਨ ਜੀ। ਆਪਣੀ ਪ੍ਰਾਰੰਭਿਕ ਕੁਝ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਜੀ ਸਤਿਗੁਰੂ ਰਾਮ ਸਿੰਘ ਜੀ ਜਿਹੜੇ ਹੈ ਉਹ 1837 ਦੇ ਵਿੱਚ ਜੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਬਤੌਰ ਸਿਪਾਹੀ ਭਰਤੀ ਹੋ ਗਏ ਜੀ ਜੀ ਬਿਲਕੁਲ। ਔਰ ਉੱਥੇ ਬਹੁਤ ਹੀ ਇਹਨਾਂ ਨੇ ਨੇੜਿਓਂ ਜੀ ਸਾਰਾ ਜਿਹੜਾ ਉੱਥੋਂ ਦੀ ਸਿਸਟਮ ਸੀ ਉਹਨੂੰ ਦੇਖਿਆ। ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਸਵਰਗਵਾਸ ਹੋ ਗਿਆ ਔਰ ਉਸ ਤੋਂ ਬਾਅਦ ਜੀ ਜੋ ਵਿਵਸਥਾ ਬਣੀ ਜੀ, ਜੋ ਡਿਕਲਾਈਨ ਹੋਇਆ, ਪਤਨ ਹੋਇਆ ਜੀ ਸਿੱਖ ਸਾਮਰਾਜ ਦਾ, ਔਰ ਅੰਗਰੇਜ਼ਾਂ ਨੇ ਧੱਕੇ ਨਾਲ ਕਈ ਤਰੀਕਾਂ ਦੇ ਨਾਲ ਪੰਜਾਬ ਨੂੰ ਆਪਣੇ ਕਬਜ਼ੇ 'ਚ ਕਰ ਲਿਆ ਜੀ। ਉਹਦੇ ਤੋਂ ਸਤਿਗੁਰੂ ਰਾਮ ਸਿੰਘ ਜੀ ਬਹੁਤ ਜਿਹੜਾ ਦੁਖੀ ਹੋਏ ਔਰ ਉਹਨਾਂ ਨੇ 1845 ਦੇ ਵਿੱਚ ਜੀ ਆਪਣੀ ਇਹ ਨੌਕਰੀ ਜਿਹੜੀ ਹੈ ਛੱਡ ਦਿੱਤੀ ਜੀ। ਵਾਪਸ ਪਰਤ ਕੇ ਆਪਣੇ ਭੈਣੀ ਪਿੰਡ ਵਿੱਚ ਆ ਗਏ ਜੀ। ਇਹਨਾਂ ਦੇ ਜਿਹੜੇ ਗੁਰੂ ਸਨ ਹਜ਼ਾਰਾ ਤੋਂ ਸੰਤ ਬਾਲਕ ਨਾਥ ਜੀ ਜੀ, ਉਹਨਾਂ ਦੇ ਇਹਨਾਂ ਦੇ ਜੀਵਨ ਤੇ ਬਹੁਤ ਪ੍ਰਭਾਵ ਪਿਆ। ਅੱਛਾ ਜੀ। ਜਿਹੜੇ ਸੰਤ ਸੀ ਇਹਨਾਂ ਦੇ ਗੁਰੂ ਜੀ, ਉਹ ਬਹੁਤ ਹੀ ਸਮਾਜ ਦੇ ਕੁਰੀਤੀਆਂ ਦੇ ਬਾਰੇ, ਸਮਾਜ ਦੇ ਵਿੱਚ ਜੋ ਬਾਹਰੀ ਤਾਕਤਾਂ ਨਾਲ ਧੱਕੇਸ਼ਾਹੀ ਹੋ ਰਹੀ ਸੀ ਜੀ, ਔਰ ਜਿਹੜੇ ਆਮ ਲੋਕ ਸਨ ਜੀ, ਉਹਨਾਂ ਦੇ ਜੀਵਨ ਦੇ ਵਿੱਚ ਕੀ ਬਦਲਾਅ ਆ ਰਿਹਾ ਸੀ, ਸਮਾਜਿਕ ਕਦਰਾਂ ਕੀਮਤਾਂ, ਸੰਸਕ੍ਰਿਤਿਕ ਕਦਰਾਂ ਕੀਮਤਾਂ ਜਿਵੇਂ ਗਿਰ ਰਹੀਆਂ ਸੀ, ਉਹਨਾਂ ਦੇ ਬੜੇ ਬਾਰੇ ਚਿੰਤਿਤ ਸੀ ਜੀ। ਇਸ ਦਾ ਪ੍ਰਭਾਵ ਜੀ ਸਤਿਗੁਰੂ ਰਾਮ ਸਿੰਘ ਜੀ ਨੇ ਬਹੁਤ ਜ਼ਿਆਦਾ ਪਿਆ ਜੀ ਬਿਲਕੁਲ। ਆਪਣੇ ਪਿੰਡ ਆ ਕੇ ਜੀ ਇਹਨਾਂ ਨੇ ਇਹਦੇ ਉੱਤੇ ਬਹੁਤ ਜ਼ਿਆਦਾ ਧਿਆਨ ਲਗਾਇਆ ਔਰ ਇੱਕ ਪੱਕਾ ਨਿਸ਼ਚੈ ਕੀਤਾ ਜੀ ਕਿ ਮੈਂ ਆਪਣੇ ਸਮਾਜ ਨੂੰ ਇਹ ਇੱਕ ਜਿਹੜੀ ਦੁਰਦਸ਼ਾ 'ਚ ਫਸਿਆ ਹੈ ਉਹਦੇ 'ਚੋਂ ਬਾਹਰ ਕੱਢਣਾ ਹੈ। ਬਿਲਕੁਲ। ਔਰ ਅਸੀਂ ਦੇਖਦੇ ਹਾਂ ਉਸ ਤੋਂ ਬਾਅਦ ਜਿਹੜਾ ਸਮਾਜ ਬਿਲਕੁਲ ਹਤਾਸ਼ ਔਰ ਨਿਰਾਸ਼ ਸੀ ਉਹਦੇ 'ਚ ਪੁਨਰ ਜਾਗਰਣ, ਸਮਾਜਿਕ ਮੈਂ ਕਹਾਂਗਾ ਇੱਕ ਇਹੋ ਜਿਹੀ ਸੁਧਾਰ ਦੀ ਲਹਿਰ ਲਿਆਈ ਕਿ ਉਹ ਸਮਾਜਿਕ ਕ੍ਰਾਂਤੀ ਮੈਂ ਉਹਨੂੰ ਕਹਾਂਗਾ। ਬਿਲਕੁਲ। 1857 'ਚ ਬਿਲਕੁਲ ਲੋਕ ਜਿਹੜੇ ਪੰਜਾਬ ਦੇ ਨਿਰੁਤਸਾਹਿਤ ਸਨ, ਸਿੱਖ ਰਾਜ ਖਤਮ ਹੋ ਚੁੱਕਾ ਸੀਗਾ, ਅੰਗਰੇਜ਼ ਨਵੀਆਂ ਨੀਤੀਆਂ ਲਾਗੂ ਕਰਦੇ ਪਏ ਸਨ, ਜਿਹੜੇ ਹੈ ਉਹਨਾਂ ਦੇ ਨਵੇਂ ਸਿਸਟਮ 'ਚ
ਕਿਸਾਨ ਬਹੁਤ ਦੁਖੀ ਸਨ ਜੀ ਉਹਨਾਂ ਦੇ ਆਰਥਿਕ ਸ਼ੋਸ਼ਣ ਔਰ ਬਾਹਰੀ ਵਸਤੂਆਂ ਆਉਣ ਦੇ ਕਾਰਨ ਕਾਸ਼ਤਕਾਰ ਔਰ ਜਿਹੜੇ ਦੂਸਰੇ ਉਹ ਬੇਰੋਜ਼ਗਾਰ ਹੋ ਗਏ, ਬੇਕਾਰ ਹੋ ਗਏ। ਜੀ ਤੇ ਇਹ ਜਿਹੜੇ ਸਮਾਜ ਦੇ ਹੇਠਲਾ ਵਰਗ ਸੀ ਜੀ ਉਹ ਬਹੁਤ ਹੀ ਜਿਹੜਾ ਆਪਣੇ ਆਪ ਨੂੰ ਦੁਖੀ ਹੋਣ ਲੱਗ ਦੁਖੀ ਗਿਆ ਸੀਗਾ। ਹੁਣ ਆਪਾਂ ਗੱਲ ਕਰਦੇ ਹਾਂ ਨਾਮਧਾਰੀ ਅੰਦੋਲਨ ਦੇ ਜੋ ਰਜਾਇਤਾਂ ਸੀਗੇ, ਉਹਨਾਂ ਦੇ ਸੰਘਰਸ਼ ਦਾ ਸਰੂਪ ਕੀ ਸੀ? ਸਤਿਗੁਰੂ ਰਾਮ ਸਿੰਘ ਜੀ ਨੇ ਜੀ ਨਾਮਧਾਰੀ ਜਿਹੜਾ ਅੰਦੋਲਨ ਪਹਿਲੇ ਇਹਨਾਂ ਨੇ ਇੱਕ ਖਾਲਸਾ ਸਮਾਜ ਦੀ ਸਥਾਪਨਾ ਕੀਤੀ ਜੀ ਬਿਲਕੁਲ। ਔਰ ਉਹ ਅੱਗੇ ਚੱਲ ਕੇ ਨਾਮਧਾਰੀ ਅੰਦੋਲਨ ਦੇ ਵਿੱਚ ਸਾਹਮਣੇ ਆਇਆ। ਅੱਛਾ ਜੀ। ਇਹ ਸਵਰੂਪ ਸੀਗਾ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਜੀ ਜਿਹੜਾ ਇੱਕ ਭਗਤੀ ਸੀ ਜੀ ਉਹਨੂੰ ਵੀਰ ਰਸ ਨਾਲ ਜੋੜਿਆ, ਬਿਲਕੁਲ ਉਹਨੂੰ ਦੇਸ਼ ਭਗਤੀ ਨਾਲ ਜੋੜਿਆ, ਉਹਨੂੰ ਸਮਾਜ ਸੁਧਾਰ ਨਾਲ ਜੋੜਿਆ, ਬਿਲਕੁਲ ਉਹਨੂੰ ਇਸਤਰੀਆਂ ਦੀ ਦਸ਼ਾ ਸੁਧਾਰਨ ਨਾਲ ਜੋੜਿਆ ਜੀ। ਔਰ ਜਿਹੜਾ ਇੱਕ ਆਪਣੇ ਸ਼ਿਸ਼ਿਆਂ ਨੂੰ ਇੱਕ ਕਰੈਕਟਰ ਬਿਲਡਿੰਗ ਜੋ ਅਸੀਂ ਕਹਿੰਦੇ ਆ, ਚਰਿੱਤਰ ਨਿਰਮਾਣ, ਕਿ ਤੁਸੀਂ ਨਿਡਰ ਰਹਿਣਾ ਹੈ, ਬਿਲਕੁਲ ਤੁਸੀਂ ਆਪਣੇ ਸਰਵਸ ਨਿਛਾਵਰ ਕਰਨ ਵਾਸਤੇ ਤਿਆਰ ਰਹਿਣਾ ਹੈ, ਗਰੀਬ ਲੋਕਾਂ ਵਾਸਤੇ, ਮਜ਼ਲੂਕ ਲੋਕਾਂ ਵਾਸਤੇ, ਮਜ਼ਲੂਕ ਜਾਨਵਰਾਂ ਵਾਸਤੇ ਹਰ ਵੇਲੇ ਤੁਸੀਂ ਮਿਲ ਵਰਤਨ ਨਾਲ ਰਹਿਣਾ ਹੈ, ਵੰਡ ਕੇ ਖਾਣਾ ਹੈ। ਔਰ ਉਹ ਇਹਦੇ ਕਾਰਨ ਉਹਨਾਂ ਨੇ ਇੱਕ ਬੁਨਿਆਦ ਰੱਖੀ ਇਹੋ ਜਿਹੇ ਇੱਕ ਪੰਥ ਦੀ, ਨਾਮਧਾਰੀ ਪੰਥ ਦੀ ਸਾਦਾ ਸਿੱਧਾ ਜੀਵਨ ਮਹਿਸੂਸ ਕਰਨਾ ਹੈ, ਜਿਹੜਾ ਅੱਗੇ ਜਾ ਕੇ ਅਸੀਂ ਦੇਖਦੇ ਹਾਂ ਕਿ ਮਹਾਨ ਜਿਹੜੇ ਸ਼ਹੀਦੀਆਂ ਉਹਨਾਂ ਨੇ ਪ੍ਰਾਪਤ ਕੀਤੀਆਂ, ਮਹਾਨ ਤਿਆਗ ਕੀਤਾ ਔਰ ਸਮਾਜ ਦਾ ਇੱਕ ਪੁਨਰਥਾਨ ਕੀਤਾ। ਬਿਲਕੁਲ। ਤੇ ਹੁਣ ਗੱਲ ਕਰਦੇ ਹਾਂ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਸਿੱਖਾਂ ਵਾਸਤੇ, ਕੂਕਾ ਸਿੱਖਾਂ ਵਾਸਤੇ ਕੋਡ ਆਫ ਕੰਡਕਟ ਇੱਕ ਜਾਰੀ ਕੀਤਾ ਗਿਆ ਸੀ। ਬਿਲਕੁਲ ਜੀ, ਬਿਲਕੁਲ। ਉਹ ਕੀ ਸੀ, ਕਿਵੇਂ ਕੰਮ ਕਰਦਾ ਸੀ? ਬਿਲਕੁਲ, ਇਹ ਇੱਕ ਬਹੁਤ ਹੀ ਮਹੱਤਵਪੂਰਨ ਪੱਖ ਹੈ ਜੀ। ਔਰ ਉਹਨਾਂ ਨੇ ਜਿਹੜਾ ਇਹ ਕੋਡ ਆਫ ਕੰਡਕਟ ਆਪਣੇ ਕੂਕਾ ਸਿੱਖਾਂ ਵਾਸਤੇ ਲਾਗੂ ਕੀਤਾ, ਉਹ ਅਸੀਂ ਦੇਖਦੇ ਹਾਂ ਇੱਕ ਮੁੱਢਲੀ ਮਜ਼ਬੂਤ ਬੁਨਿਆਦ ਰੱਖੀ, ਨੀਂਹ ਪੱਥਰ ਰੱਖਿਆ, ਜਿਹਦੇ ਉੱਤੇ ਅਸੀਂ ਦੇਖਦੇ ਹਾਂ ਇਹ ਸਾਰਾ ਢਾਂਚਾ ਖੜਾ ਹੋਇਆ। ਬਿਲਕੁਲ, ਬੜਾ ਮਜ਼ਬੂਤ ਢਾਂਚਾ ਖੜਾ ਹੋਇਆ। ਉਹਦੇ 'ਚ ਸਭ ਤੋਂ ਪਹਿਲੇ ਤਾਂ ਉਹਨਾਂ ਨੇ ਸਾਰੇ ਆਪਣੇ ਜਿਹੜੇ ਸਵਦੇਸ਼ੀ ਦੀ ਗੱਲ ਕੀਤੀ, ਬਿਲਕੁਲ ਹਾਈਜੀਨ ਦੀ ਗੱਲ ਕੀਤੀ ਕਿ ਜਿੰਨੇ ਵੀ ਸ਼ੀਸ਼ੇ ਹੈਗੇ ਆ ਉਹ ਚਿੱਟੇ ਨਿਰੋਲ ਬਗੈਰ ਕਿਸੇ ਦਾਗ ਤੇ ਵਸਤਰ ਧਾਰਨ ਕਰਨਗੇ। ਅੱਛਾ ਜੀ। ਸਾਫ ਸੁਥਰੇ ਰਹਿਣਗੇ। ਖਾਸ ਗੱਲਾਂ ਜਿਹੜੀਆਂ ਸੀਗੀਆਂ ਉਸ ਕੋਡ ਆਫ ਕੰਡਕਟ ਦੀਆਂ, ਉਹਨਾਂ ਚੋਂ ਇੱਕ ਆ ਸਭ ਤੋਂ ਪਹਿਲੀ ਇਹ ਹੈ ਜੀ। ਔਰ ਇਹ ਜਿਹੜੇ ਵਸਤਰ ਹੋਣਗੇ ਜੀ, ਇਹ ਵਿਦੇਸ਼ੀ ਮਿੱਲਾਂ ਤੇ ਨਹੀਂ ਬਣੇ ਹੋਣਗੇ, ਇਹਦਾ ਧਾਗਾ ਹੱਥ ਨਾਲ ਬੁਣਿਆ ਹੋਏਗਾ ਜੀ। ਬਿਲਕੁਲ। ਔਰ ਸਵਦੇਸ਼ੀ ਦਾ ਕਨਸੈਪਟ ਇੱਥੇ ਹੀ ਸ਼ੁਰੂ ਹੋ ਜਾਂਦਾ। ਨਾਲੇ ਕਿਹਾ ਜਾਂਦਾ ਨਾ ਕਿ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਹੋਵੇ ਤਾਂ ਬਿਜ਼ਨਸ ਉਹਦਾ ਪਹਿਲਾਂ ਖਰਾਬ ਕਰੋ। ਬਿਲਕੁਲ ਬਿਲਕੁਲ। ਸੋ ਇਹ ਇੱਕ ਬੜੀ ਦੂਰਅੰਦੇਸ਼ੀ ਜਿਹੜੀ, ਕਿਉਂਕਿ ਅੰਗਰੇਜ਼ ਵਪਾਰੀ ਸਨ ਔਰ ਉਹ ਸ਼ੋਸ਼ਣ ਕਰ ਰਹੇ ਸਨ, ਉਹਨਾਂ ਦਾ ਮਕਸਦ ਜਿਹੜਾ ਸਿਰਫ ਹਿੰਦੁਸਤਾਨ 'ਚ ਲੁੱਟ ਖਸੁੱਟ ਕਰਨਾ ਸੀ। ਸੋ ਪਹਿਲੀ ਸੱਟ ਜਿਹੜੀ ਹੈਗੀ ਹੈ ਮਾਰਨੀ ਔਰ ਆਪਣੇ ਜਿਹੜਾ ਇੱਕ ਟੀਚੇ ਵੱਲ ਲਿਜਾਣ ਵਾਸਤੇ ਆਪਣੀਆਂ ਨੂੰ ਪ੍ਰੇਰਿਤ ਕਰਨਾ, ਉਹਦੇ 'ਚ ਪਹਿਲੀ ਗੱਲ ਸੀ ਕਿ ਹੱਥ ਦੇ ਬਣੇ ਹੋਏ ਧਾਗੇ ਦੇ ਨਾਲ ਬਣੇ ਜਿਹੜੇ ਵਸਤਰ ਹੈ ਉਹ ਪਾਣੇ, ਬਿਲਕੁਲ ਚਿੱਟੇ ਦੁੱਧ ਵਰਗੇ। ਔਰ ਉਹ ਜਿਹੜੇ ਚਿੱਟੇ ਦੁੱਧ ਵਰਗੇ ਦਾ ਮਤਲਬ ਬੜੇ ਲੋਕ ਜਿਹੜੇ ਅਨੁਯਾਈ ਉਹ ਸਾਫ ਸੁਥਰੇ ਰਹਿਣਗੇ, ਸਵੇਰੇ ਉੱਠ ਕੇ ਨਹਾ ਧੋ ਕੇ ਮਤਲਬ ਕਿ ਨੇਮ ਕਰਕੇ ਤੇ ਸਾਰਾ ਦਿਨ ਉਹਨਾਂ ਦਾ ਬੜਾ ਅੱਛਾ ਬੀਤੇਗਾ। ਦੂਸਰਾ ਜਿਹੜਾ ਇੰਪੋਰਟੈਂਟ ਸੀਗਾ ਕਿ ਉਹਨਾਂ ਦਾ ਜੀਵਨ ਜਿਹੜਾ ਉਹ ਬੜਾ ਸਾਫ ਸੁਥਰਾ, ਬਗੈਰ ਕਿਸੇ ਧੋਖੇ, ਬਗੈਰ ਕਿਸੇ ਨਾਲ ਜ਼ਿਆਦਤੀ ਕੀਤਿਆਂ ਵਾਲਾ ਹੋਏਗਾ। ਉਹ ਬੜੇ ਚਰਿੱਤਰਵਾਨ ਹੋਣਗੇ। ਅੱਛਾ ਜੀ। ਉਹ ਕੋਈ ਵੀ ਨਸ਼ਾਖੋਰੀ ਨਹੀਂ ਕਰਨਗੇ ਜੀ। ਤੰਬਾਕੂ, ਸ਼ਰਾਬ, ਮਦਰਾ, ਮਾਸ ਇਹਦਾ ਕੋਈ ਸੇਵਨ ਨਹੀਂ ਕਰਨਗੇ ਜੀ। ਉਹ ਸਾਰੇ ਦੂਜਿਆਂ ਨਾਲ ਮਿਲ ਜੁਲ ਕੇ ਰਹਿਣਗੇ ਔਰ ਉਹਨਾਂ 'ਚ ਆਪਣਾ ਜਿਹੜਾ ਭਗਤੀ ਦੇ ਨਾਲ ਨਾਲ ਇੱਕ ਜਿਹੜਾ ਅਸੀਂ ਕਹੀਏ ਕਿ ਹਿੰਮਤ ਜਿਹਨੂੰ ਅਸੀਂ ਕਹਿੰਦੇ ਕਿ ਇੱਕ ਤਾਕਤ ਦਾ ਸੰਚਾਰ ਹੋਵੇ, ਇਸ ਪਿੱਛੇ ਉਹਨਾਂ ਨੇ ਲਾਜ਼ਮੀ ਕੀਤਾ ਕਿ ਗੁਰੂ ਗੋਬਿੰਦ ਸਿੰਘ ਦੀ ਚੰਡੀ ਦੀ ਵਾਰ ਜਿਹੜੀ ਹੈ ਉਹਦਾ ਤੁਸੀਂ ਰੋਜ਼ ਜਿਹੜਾ ਹੈਗਾ ਪਾਠਨ ਕਰਨਾ ਹੈ। ਅੱਛਾ ਜੀ। ਸੋ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਸੁਪਨਾ ਸੀ ਖਾਲਸਾ ਵਾਲਾ ਕਿ ਧਰਮ ਦੇ ਨਾਲ ਨਾਲ ਸਾਨੂੰ ਆਪਣਾ ਸ਼ਸਤਰ ਵੀ ਹੋਣੇ ਚਾਹੀਦੇ, ਮਜ਼ਬੂਤ ਹੋਣਾ ਚਾਹੀਦਾ, ਉਹ ਉਹਨਾਂ ਨੇ ਮਾਨਸਿਕ ਤੌਰ ਤੇ ਆਪਣੇ ਯੋਧੇ ਤਿਆਰ ਕਰਨੇ ਸ਼ੁਰੂ ਕੀਤੇ। ਅੱਛਾ ਜੀ। ਇਸ ਤੋਂ ਇਲਾਵਾ ਅਸੀਂ ਕੀ ਦੇਖਦੇ ਹਾਂ, ਉਹਨਾਂ ਨੇ ਅੰਗਰੇਜ਼ੀ ਵਸਤੂਆਂ ਔਰ ਅੰਗਰੇਜ਼ੀ
ਸੇਵਾਵਾਂ ਇਹ ਕਿਸੇ ਵੀ ਤਰ੍ਹਾਂ ਦੀਆਂ ਹੈਗੀਆਂ, ਉਹਦਾ ਟੋਟਲ ਬਹਿਸ਼ਕਾਰ ਕਰਨਗੇ, ਉਹਨਾਂ ਦੇ ਸ਼ਿਸ਼ ਬਿਲਕੁਲ ਨਹੀਂ ਅਪਣਾਣਗੇ। ਬਿਲਕੁਲ। ਯਾਨੀ ਕਿ ਅੰਗਰੇਜ਼ੀ ਕੱਪੜੇ ਨਹੀਂ ਪਾਣੇ, ਅੰਗਰੇਜ਼ੀ ਕੋਈ ਵੀ ਵਸਤੂ ਹੈ ਉਹਦਾ ਪ੍ਰਯੋਗ ਨਹੀਂ ਕਰਨਾ। ਬਿਲਕੁਲ। ਇੱਥੋਂ ਤੱਕਨ ਕਿ ਉਹਨਾਂ ਨੇ ਜਿਹੜੇ ਅਦਾਲਤਾਂ ਹੈ ਉਹਨਾਂ ਦਾ ਬਹਿਸ਼ਕਾਰ ਕੀਤਾ, ਅੰਗਰੇਜ਼ੀ ਅਦਾਲਤਾਂ ਦਾ। Yes, ਜੀ। ਕਿ ਜਿਹੜੇ ਵੀ ਕੋਈ ਆਪਸ 'ਚ ਲੜਾਈ ਝਗੜੇ ਮੁਕੱਦਮੇ ਹੈ ਉਹ ਆਪਸੀ ਸਹਿਮਤੀ ਨਾਲ ਬਹਿ ਕੇ ਪੰਚਾਇਤਾਂ ਰਾਹੀਂ ਮੁਕਾਏ ਜਾਣਗੇ, ਅਸੀਂ ਅੰਗਰੇਜ਼ਾਂ ਦੀ ਅਦਾਲਤਾਂ 'ਚ ਨਹੀਂ ਜਾਣਾ। ਬਿਲਕੁਲ। ਉਹਨਾਂ ਨੇ ਆਪਣਾ ਡਾਕ ਸਿਸਟਮ ਸ਼ੁਰੂ ਕੀਤਾ। ਅੱਛਾ ਜੀ। ਆਪਣੇ ਜਿਹੜੇ ਉਹਨਾਂ ਦੇ ਅਨੁਯਾਈ ਸੀ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਸੂਚਨਾ ਲੈ ਕੇ ਜਾਂਦੇ ਸਨ। ਅੰਗਰੇਜ਼ਾਂ ਦਾ ਉਹਨਾਂ ਦੇ ਕੋਈ ਕਮਿਊਨੀਕੇਸ਼ਨ ਡਾਕ ਸਿਸਟਮ ਜਿਹੜਾ ਉਹਨੂੰ ਨਹੀਂ ਅਪਣਾਇਆ ਜੀ। ਇੱਥੋਂ ਤੱਕਨ ਕਿ ਉਹ ਕਹਿੰਦੇ ਸੀ ਅੰਗਰੇਜ਼ਾਂ ਦੀ ਜਿਹੜੀ ਰੇਲਾਂ ਹੈਗੀਆਂ ਅਸੀਂ ਉਹ ਵੀ ਨਹੀਂ ਅਪਣਾਉਣੀਆਂ। ਅੱਛਾ ਜੀ। ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਨਹੀਂ ਭੇਜਣਾ, ਅੰਗਰੇਜ਼ੀ ਸਰਕਾਰੀ ਸਕੂਲ ਜਿਹੜੇ ਉਸ ਟਾਈਮ ਕਿਉਂਕਿ ਉਹਨਾਂ ਦਾ ਮੰਨਣਾ ਸੀਗਾ ਅੰਗਰੇਜ਼ਾਂ ਦੇ ਜਿਹੜੇ ਹਸਪਤਾਲ ਖੁੱਲੇ ਆ ਉਹਨਾਂ ਦਾ ਵੀ ਪ੍ਰਯੋਗ ਨਹੀਂ ਕਰਨਾ ਆਪਣੇ ਇਲਾਜ ਵਾਸਤੇ। ਅੱਛਾ ਜੀ। ਉਹਨਾਂ ਦਾ ਮੰਨਣਾ ਸੀ ਅੰਗਰੇਜ਼ ਜਿਹੜੇ ਹੈ ਇਹ ਸਕੂਲ ਕਾਲਜ ਹਸਪਤਾਲਾਂ ਦੇ ਰਾਹੀਂ ਧਾਰਮਿਕ ਪਰਿਵਰਤਨ ਦੀ ਬੜੀ ਜ਼ਬਰਦਸਤ ਮੁਹਿੰਮ ਚਲਾ ਰਹੇ ਆ। ਅੱਛਾ। ਸਾਨੂੰ ਯਾਦ ਹੋਏਗਾ ਮਹਾਰਾਜਾ ਰਣਜੀਤ ਸਿੰਘ ਦੇ ਸਾਹਿਬਜ਼ਾਦੇ ਦਲੀਪ ਸਿੰਘ ਜਿਹੜੇ ਆ ਜੀ। ਉਹਨਾਂ ਦਾ ਵੀ ਧਰਮ ਪਰਿਵਰਤਨ ਕੀਤਾ ਗਿਆ। ਬਿਲਕੁਲ ਜੀ। ਇਹ ਇੱਕ ਬਹੁਤ ਵੱਡੀ ਜਿਹੜੀ ਹੈਗੀ ਹੈ ਉਹਨਾਂ ਦੇ ਮਨ ਦੇ ਉੱਤੇ ਇੱਕ ਜਿਹੜਾ ਅਸਰ ਪਾਇਆ ਸੀਗਾ। ਇਸ ਪਿੱਛੇ ਮੈਂ ਇਹ ਮੰਨਣਾ ਕਿ ਸਭ ਤੋਂ ਪਹਿਲੇ ਤਾਂ ਉਹ ਸਵਦੇਸ਼ੀ ਦੇ ਸੰਸਥਾਪਕ ਮੰਨੇ ਜਾਂਦੇ ਆ। ਬਿਲਕੁਲ। ਫਿਰ ਅਹਿੰਸਾ ਦੇ ਉੱਤੇ ਉਹਨਾਂ ਦਾ ਪੂਰਾ ਵਿਚਾਰ ਸੀਗਾ। ਇਸੇ ਤਰ੍ਹਾਂ ਅਸੀਂ ਅੱਗੇ ਦੇਖਦੇ ਹਾਂ ਕਿ ਉਹਨਾਂ ਨੇ ਜਿਹੜੇ ਇੱਕ ਕੋਡ ਆਫ ਕੰਡਕਟ ਦੇ ਵਿੱਚ ਜੀ ਜਿਹੜਾ ਸਾਰੇ ਆਪਣੇ ਅਨੁਯਾਈਆਂ ਨੂੰ ਕਿਹਾ ਕਿ ਤੁਸੀਂ ਜਿਹੜੇ ਧਾਰਮਿਕ ਰੀਤੀ ਰਿਵਾਜ ਮਾੜੇ ਹੈਗੇ ਆ ਜੀ ਉਹਨਾਂ ਦਾ ਪਾਲਨ ਨਹੀਂ ਕਰਨਾ। ਉਦਾਹਰਨ ਦੇ ਤੌਰ ਤੇ ਉਸ ਵੇਲੇ ਛੋਟੀਆਂ ਬੱਚੀਆਂ ਨੂੰ ਮਾਰ ਦਿੱਤਾ ਜਾਂਦਾ ਸੀਗਾ, ਵੇਚ ਦਿੱਤਾ ਜਾਂਦਾ ਸੀਗਾ, ਛੋਟੀ ਉਮਰ 'ਚ ਸ਼ਾਦੀ ਕਰ ਦਿੱਤੀ ਜਾਂਦੀ ਸੀ। ਇਹ ਬਿਲਕੁਲ ਪ੍ਰਤੀਬੰਧ ਲਗਾ ਦਿੱਤਾ। ਦਹੇਜ ਪ੍ਰਥਾ ਬਹੁਤ ਜ਼ਿਆਦਾ ਸੀ ਜਿਹਦੇ ਕਾਰਨ ਇਹ ਸਭ ਲੋਕ ਜਿਹੜੇ ਅਪਣਾਉਂਦੇ ਸਨ। ਜੀ ਉਹਨਾਂ ਨੇ ਦਹੇਜ ਪ੍ਰਥਾ ਦਾ ਵਿਰੋਧ ਕਰਕੇ ਇੱਕ ਆਨੰਦ ਕਾਰਜ ਜਿਹੜਾ ਹੈਗਾ ਇਹ ਇੱਕ ਨਵੀਂ ਰਵਾਇਤ ਸ਼ੁਰੂ ਕੀਤੀ। ₹1.25 ਦੇ ਨਾਲ ਜਿਹੜਾ ਹੈਗਾ ਸ਼ਾਦੀ ਹੋ ਜਾਂਦੀ ਸੀ। ਜੀ ਬਿਲਕੁਲ। ਇਹ ਇੱਕ ਬਹੁਤ ਕ੍ਰਾਂਤੀਕਾਰੀ ਪਰਿਵਰਤਨ ਸੀ ਉਸ ਵੇਲੇ ਸਮਾਜ 'ਚ। ਇਹ ਜਿਹੜੇ ਕੋਡ ਆਫ ਕੰਡਕਟ ਲਾਗੂ ਹੋਏ ਇਹ ਉਹਨਾਂ ਸਾਰਿਆਂ ਦੇ ਲਈ ਲਾਗੂ ਹੋਏ ਜਿਨ੍ਹਾਂ ਨੇ ਉਸ ਕੂਕਾ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਤਾਂ ਪਾਇਆ ਹੀ ਪਾਇਆ, ਨਾਲ ਦੇ ਨਾਲ ਕੂਕਾ ਪਰੰਪਰਾ ਨੂੰ ਅਪਣਾਇਆ। ਬਿਲਕੁਲ ਜੀ, ਕੂਕਾ ਪਰੰਪਰਾ ਨੂੰ ਅਪਣਾਇਆ ਔਰ ਅਸੀਂ ਦੇਖਦੇ ਹਾਂ ਉਹਨਾਂ ਦੇ ਇਸ ਆਪਣਾ ਜਿਹੜਾ ਪ੍ਰਯੋਗ ਦੇ ਕਾਰਨ ਉਹਨਾਂ ਦਾ ਲਗਾਤਾਰ ਜਿਹੜਾ ਹੈ ਪ੍ਰਭਾਵ, ਲਗਾਤਾਰ ਜਿਹੜਾ ਉਹਨਾਂ ਦਾ ਸੰਗਠਨ ਔਰ ਉਹਨਾਂ ਦਾ ਪੰਥ ਜਿਹੜਾ ਉਹਦਾ ਵਿਸਤਾਰ ਹੋ ਰਿਹਾ। ਬਿਲਕੁਲ। ਔਰ ਉਹਦੇ ਵਾਸਤੇ ਸਤਿਗੁਰੂ ਰਾਮ ਸਿੰਘ ਜੀ ਜਿਹੜੇ ਹੈ ਉਹ ਆਪਣਾ ਧਾਰਮਿਕ ਪ੍ਰਵਚਨ ਕਰ ਰਹੇ ਹੈ, ਉਹ ਪੂਰਾ ਆਪਣਾ ਯਾਤਰਾਵਾਂ ਕਰ ਰਹੇ ਹੈ ਔਰ ਜਿਹੜੇ ਲੋਕਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਜਾਗਰੂਕ ਕਰ ਰਹੇ ਹੈ ਜੀ ਭਗਤੀ ਦੇ ਤੌਰ ਤੇ, ਸਮਾਜ ਸੁਧਾਰ ਦੇ ਤੌਰ ਤੇ, ਪਰ ਨਾਲ ਹੀ ਨਾਲ ਵਿਦੇਸ਼ੀ ਰਾਜ ਦੇ ਵਿਰੁੱਧ ਉਹਨਾਂ ਨੂੰ ਖੜੇ ਕਰਦੇ ਪਏ। ਇਸ ਪਿੱਛੇ ਸੁਤੰਤਰਤਾ ਅੰਦੋਲਨ ਦਾ ਜਦੋਂ ਅਸੀਂ 75ਵਾਂ ਵਰਸ਼ਗਾਂਠ ਮਨਾ ਰਹੇ ਹਾਂ, ਸਾਨੂੰ ਸਤਿਗੁਰੂ ਰਾਮ ਸਿੰਘ ਜੀ ਜਿਹੜੇ ਉਹ ਸਿਰਫ ਧਾਰਮਿਕ ਪੰਥ ਦੇ ਨੇਤਾ ਨਾਮਧਾਰੀ ਸੈਕਟ ਨੂੰ ਖੜਾ ਕੀਤਾ ਇਹਦੇ ਵਜੋਂ ਨਹੀਂ, ਬਲਕਿ ਉਹਨਾਂ ਨੇ ਕਿਸ ਤਰ੍ਹਾਂ ਇੱਕ ਸੁੱਤੇ ਸਮਾਜ ਨੂੰ ਨਿਡਰਤਾ ਦੇ ਨਾਲ ਅੰਗਰੇਜ਼ੀ ਸਾਮਰਾਜ ਦੇ ਵਿਰੁੱਧ ਖੜਾ ਕੀਤਾ ਉਹ ਦੇਖਣਾ ਚਾਹੀਦਾ ਹੈ। ਬਿਲਕੁਲ। ਇੱਕ ਬਹੁਤ ਵੱਡੀ ਇੱਕ ਕ੍ਰਾਂਤੀਕਾਰੀ ਪਰਿਵਰਤਨ ਸੀਗਾ ਉਸ ਸਮੇਂ ਦੇ ਸਮਾਜ ਦੇ ਲਈ। ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਸੀ। ਸਤਿਗੁਰੂ ਰਾਮ ਸਿੰਘ ਜੀ ਹੁਣਾਂ ਨੇ ਸਮਾਜ ਦੇ ਪੁਨਰ ਗਠਨ ਦੇ ਵਿੱਚ ਯੋਗਦਾਨ ਪਾਇਆ, ਸਮਾਜ ਦੀਆਂ ਕੁਰੀਤੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਉਸ ਹਿਸਾਬ ਦੇ ਸਮੇਂ ਦੇ ਹਿਸਾਬ ਦੇ ਨਾਲ ਆਪਾਂ ਦੇਖਦੇ ਹਾਂ ਤਾਂ ਉਸ ਸਮਾਜ ਦੇ ਵਿੱਚ ਬਦਲਾਵ ਕਰਨੇ ਬੜੇ ਔਖੇ ਸੀ ਜਿਹੜੇ ਪ੍ਰਯਤਨ ਉਹਨਾਂ ਨੇ ਕੀਤੇ। ਬਿਲਕੁਲ ਤੁਸੀਂ ਸਹੀ ਗੱਲ ਕਹਿ ਰਹੇ ਹੋ। ਤੁਸੀਂ ਇਸ ਤੋਂ ਅੰਦਾਜ਼ਾ ਲਗਾਓ ਜੋ 1857 ਦੇ ਪ੍ਰਥਮ ਸੰਵਿਧਾਨਤਾ ਸੰਗਰਾਮ ਤੋਂ ਬਾਅਦ ਜੀ ਅੰਗਰੇਜ਼ਾਂ ਨੇ ਨਿਰਦੈਤਾ ਦੇ ਨਾਲ ਕੁਚਲਿਆ ਔਰ ਇੱਕ ਖੌਫ ਪੈਦਾ ਕੀਤਾ। ਆਮ ਜਿਹੜੀ ਜਨਤਾ ਹੈ ਔਰ ਸਮਾਜ ਉਹ ਤੋਂ ਕਿੰਨਾ ਭੈਭੀਤ ਸੀਗਾ। ਬਿਲਕੁਲ। ਉਹਨਾਂ ਦੇ ਵਿੱਚ ਇੱਕ ਆਤਮ ਵਿਸ਼ਵਾਸ ਪੈਦਾ ਕਰਨਾ, ਅੰਗਰੇਜ਼ੀ ਸਾਮਰਾਜ ਦੇ ਵਿਰੁੱਧ ਖੜਾ ਕਰਨਾ ਔਰ ਤਿਆਗ ਔਰ ਬਲੀਦਾਨ ਦੀ ਭਾਵਨਾ ਪੈਦਾ ਕਰਨੀ। ਬਿਲਕੁਲ। ਕਿ ਅਸੀਂ ਸਭ ਕੁਝ ਸਹਿਣ ਨੂੰ ਤਿਆਰ ਆਪਣੀ ਮਾਤ ਭੂਮੀ ਵਾਸਤੇ, ਆਪਣੀਆਂ ਕਦਰਾਂ ਕੀਮਤਾਂ ਵਾਸਤੇ। ਇਹ ਇੱਕ ਜਿਹੜਾ
ਜਿਹਨੂੰ ਅਸੀਂ ਕਹਿੰਦੇ ਆ ਨਾ ਸੁਪਤ ਸਮਾਜ ਨੂੰ ਇੱਕ ਤਾਕਤਵਰ ਸਮਾਜ ਦੇ ਵਿੱਚ ਬਦਲਣਾ, ਜਿਹੜਾ ਪੰਜਾਬੀਆਂ ਦੀ ਆਪਣੀ ਗੈਰਤ ਹੈ, ਪੰਜਾਬੀਆਂ ਦੀ ਇੱਕ ਹੈ, ਉਹ ਸਤਿਗੁਰੂ ਰਾਮ ਸਿੰਘ ਜੀ ਨੇ ਕੀਤਾ। ਬਿਲਕੁਲ। ਜਿਹੜੇ ਅੰਗਰੇਜ਼ ਸੀ ਉਸ ਸਮੇਂ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਸੀਗੇ ਕਿ ਕੋਈ ਵੀ ਅੰਦੋਲਨ ਨੇਪਰੇ ਨਾ ਚੜੇ, ਹਰ ਕਿਸੇ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕਰਨੀ। ਸਤਿਗੁਰੂ ਰਾਮ ਸਿੰਘ ਜੀ ਹੁਣਾਂ ਨੇ ਲੋਕਾਂ ਨੂੰ ਆਪਸ ਦੇ ਵਿੱਚ ਇਕਜੁੱਟ ਕਰਨ ਦਾ ਕੰਮ ਵੀ ਕੀਤਾ, ਕਿਉਂਕਿ ਬੜਾ ਔਖਾ ਸੀ ਉਸ ਸਮੇਂ ਲੋਕਾਂ ਨੂੰ ਇਕਜੁੱਟ ਕਰਨਾ। ਬਿਲਕੁਲ, ਮੈਂ ਜਿਵੇਂ ਤੁਹਾਨੂੰ ਦੱਸਿਆ ਜੀ ਕਿ ਸਭ ਤੋਂ ਪਹਿਲੇ ਸਮਾਜ ਦੇ ਵਿੱਚ ਜਦੋਂ ਸੁਧਾਰ ਕੀਤੇ, ਜਿਸ ਤਰ੍ਹਾਂ ਆਪਣਾ ਦਿਸ ਬਹੁਤ ਕੁਝ ਉਹਨਾਂ ਨੇ ਸਹਾਇਤਾ ਕੀਤੀ ਸਮਾਜ ਨੂੰ ਠੀਕ ਕਰਨ ਦੇ ਲਈ। ਜੀ ਹਾਂ, ਬਿਲਕੁਲ। ਡੌਰੀ ਪ੍ਰਥਾ ਖਤਮ ਕੀਤੀ, ਇੱਥੋਂ ਤੱਕ ਕਿ ਇਸਤਰੀਆਂ ਨੂੰ ਮਰਦਾਂ ਦੇ ਬਰਾਬਰ ਉਹਨਾਂ ਨੇ ਜਿਹੜਾ ਅੰਮ੍ਰਿਤਪਾਨ ਕਰਵਾਇਆ ਤਾਂ ਕਿ ਸਮਾਨਤਾ ਆ ਜਾਏ ਜੀ। ਔਰ ਜਿਹੜੀ ਇੱਕ ਸ਼ਾਦੀਆਂ ਸੀ ਉਹ ਸਮੂਹਿਕ ਸ਼ਾਦੀਆਂ ਕਰਨੀਆਂ ਸ਼ੁਰੂ ਕੀਤੀਆਂ। ਬਿਲਕੁਲ। ਕਿ ਜਿਹਦੇ 'ਚ ਜੋੜੇ ਜਿਹੜੇ ਇਕੱਠੇ ਹੋ ਕੇ 1.25 ਰੁਪਏ ਦੇ ਨਾਲ ਸ਼ਾਦੀ ਹੋ ਰਹੀ ਹੈ। ਇਸ ਕਾਰਨ ਜਿਹੜਾ ਸਮਾਜ ਦਾ ਹੇਠਲਾ ਤਬਕਾ ਸੀਗਾ ਜੀ, ਉਹਦੇ 'ਚ ਇੱਕ ਇਹੋ ਜਿਹੀ ਤਬਦੀਲੀ ਆਈ ਕਿ ਉਹ ਵੱਧ ਤੋਂ ਵੱਧ ਜਿਹੜਾ ਸਤਿਗੁਰੂ ਰਾਮ ਸਿੰਘ ਜੀ ਦੇ ਨਾਲ ਜੁੜ ਗਏ। ਜੀ ਬਿਲਕੁਲ। ਸਤਿਗੁਰੂ ਰਾਮ ਸਿੰਘ ਜੀ ਨੇ ਇੱਥੇ ਨਹੀਂ ਕੀਤਾ, ਉਹਨਾਂ ਨੇ ਆਪਣੇ ਜਿਹੜਾ ਪੰਥ ਦੇ ਵਿਸਤਾਰ ਔਰ ਉਹਨੂੰ ਆਰਗੇਨਾਈਜ਼ ਕਰਨ ਵਾਸਤੇ ਬੜਾ ਤਰੀਕਾ ਕੀਤਾ। ਬਿਲਕੁਲ। ਉਹਨਾਂ ਨੇ 22 ਜਿਹੜੇ ਸੂਬੇ ਬਣਾਏ। ਅੱਛਾ ਜੀ। ਸੂਬੇ ਦਾ ਮਤਲਬ ਜਿਸ ਤਰ੍ਹਾਂ ਅਸੀਂ ਕਹਿੰਦੇ ਆ ਗਵਰਨਰ। ਪੰਜਾਬ ਦੇ ਵਿੱਚ 22 ਖਿੱਤਿਆਂ 'ਚ ਵੰਡ ਕੇ ਹਰ ਇੱਕ ਸੂਬਾ ਜਿਹੜਾ ਬਣਾਇਆ, ਜਿਹਦਾ ਇੱਕ ਸਰਦਾਰ ਸੀਗਾ, ਜਿਹੜਾ ਕਿ ਉਸ ਪੂਰੇ ਇਲਾਕੇ ਦੇ ਵਿੱਚੋਂ ਇੱਕ ਇਨਫੋਰਮੇਸ਼ਨ ਔਰ ਜੋ ਵੀ ਚੜ੍ਹਤ ਜਾਂ ਪੈਸਾ ਹੁੰਦਾ ਸੀ ਇਕੱਠਾ ਕਰਕੇ ਭੈਣੀ ਸਾਹਿਬ ਦਿੰਦਾ ਸੀਗਾ ਜੀ। ਇਸ ਤਰ੍ਹਾਂ ਉਹ ਡੀਸੈਂਟਰਲਾਈਜੇਸ਼ਨ ਆਰਗੇਨਾਈਜੇਸ਼ਨ ਕਰਕੇ ਉਹਨਾਂ ਨੇ ਆਪਣਾ ਪੂਰਾ ਪ੍ਰਭਾਵ ਬਣਾ ਕੇ ਸਮਾਜ ਨੂੰ ਸੰਗਠਿਤ ਕਰਨ ਦੀ ਕੋਸ਼ਿਸ਼ ਕੀਤੀ। ਉਹ ਸਮਾਜ ਦੇ ਵਿੱਚ ਆਪਣੇ ਉਹਨਾਂ ਦੀ ਡਾਕ ਸਿਸਟਮ ਹੈ, ਆਪਣਾ ਐਡਮਿਨਿਸਟ੍ਰੇਟਿਵ ਸਿਸਟਮ ਹੈ, ਆਪਣਾ ਹੀ ਉਹਨਾਂ ਦੇ ਸਕੂਲ ਹੈ, ਆਪਣੇ ਹੀ ਕਾਲਜ ਹੈ, ਸਕੂਲ ਔਰ ਪਾਠਸ਼ਾਲਾ ਜਿਹੜੀਆਂ ਆਪਣੀ ਹੀ ਜਿਹੜੀ ਹੈਗੀ ਹੈ। ਅਸੀਂ ਦੇਖਦੇ ਹਾਂ ਕਿ ਜਿਹੜੀ ਆਪਸ ਵਿੱਚ ਝਗੜਿਆਂ ਨਿਪਟਾਉਣ ਦਾ ਤਰੀਕਾ ਹੈ, ਬਿਲਕੁਲ ਇਹ ਇੱਕ ਇਹੋ ਜਿਹਾ ਇੱਕ ਉਪਰਾਲਾ ਸੀ। ਉਹਨਾਂ ਨੇ ਅੰਗਰੇਜ਼ੀ ਸਿਸਟਮ ਦੇ ਦੌਰਾਨ ਆਪਣਾ ਸਾਰਾ ਕੁਝ ਸਥਾਪਿਤ ਕੀਤਾ ਔਰ ਸ਼ਾਇਦ ਅੰਗਰੇਜ਼ਾਂ ਨੂੰ ਇਹ ਗੱਲ ਹਜਮ ਹੋਣੀ ਉਸ ਸਮੇਂ ਦੇ ਹਿਸਾਬ ਦੇ ਨਾਲ ਬਹੁਤ ਜ਼ਿਆਦਾ ਔਖੀ ਸੀ। ਆਪਾਂ ਹੋਰ ਵੀ ਗੱਲਾਂ ਪਤਾ ਕਰਾਂਗੇ। ਆਜ਼ਾਦੀ ਦਾ ਅੰਮ੍ਰਿਤ ਮਹਾ ਉਤਸਵ ਦੇ ਅੰਤਰਗਤ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਸਤਿਗੁਰੂ ਰਾਮ ਸਿੰਘ ਜੀ ਹੋਣਾ ਦੀ, ਜੋ ਕਿ ਕੂਕਾ ਅੰਦੋਲਨ ਦੇ ਸੰਸਥਾਪਕ ਨੇ। ਹੋਰ ਵੀ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ। ਆਓ ਦੇਖਦੇ ਹਾਂ ਦੇਸ਼ ਭਗਤੀ ਦਾ ਗੀਤ।
ਕੁਝ ਹੋਰ ਮੰਗਦੇ ਸਾਡਾ ਵਸਦਾ ਏ ਰੰਗੀਲਾ ਪੰਜਾਬ ਅਸੀਂ ਨੀ ਕੁਝ ਹੋਰ ਮੰਗਦੇ ਫਾਂਸੀ ਕਿਹੜੇ ਭਗਤ ਸਰਾਬਿਆਂ ਦੀ ਸੋਏ ਕਦਰ ਦੀ ਸ਼ਹੀਦਾਂ ਯੋਧੇ ਬਾਬਿਆਂ ਦੀ ਸੋਏ ਫਾਂਸੀ ਕਿਹੜੇ ਭਗਤ ਸਰਾਬਿਆਂ ਦੀ ਸੋਏ ਕਦਰ ਦੀ ਸ਼ਹੀਦਾਂ ਯੋਧੇ ਬਾਬਿਆਂ ਦੀ ਸੋਏ ਮਾਂ ਜਮਾਲ ਵਾਦੇ ਜਿਉਂਦਾ ਰਹੇ ਦੁਆਬ ਅਸੀਂ ਨੀ ਕੁਝ ਹੋਰ ਮੰਗਦੇ ਸਾਡਾ ਵਸਦਾ ਏ ਰੰਗੀਲਾ ਪੰਜਾਬ ਅਸੀਂ ਨੀ ਕੁਝ ਹੋਰ ਮੰਗਦੇ ਗੋਦੀਆਂ ਚ ਪੁੱਤਾਂ ਵਾਂਗੂ ਧੀਆਂ ਨੂੰ ਸੰਭਾਲਿਓ ਕਿਹੜੀ ਗੱਲੋਂ ਕੱਟਦੀਆਂ ਦੱਸੋ ਪੁੱਤਾਂ ਵਾਲਿਓ ਗੋਦੀਆਂ ਚ ਪੁੱਤਾਂ ਵਾਂਗੂ ਧੀਆਂ ਨੂੰ ਸੰਭਾਲਿਓ ਕਿਹੜੀ ਗੱਲੋਂ ਕੱਟਦੀਆਂ ਦੱਸੋ ਪੁੱਤਾਂ ਵਾਲਿਓ ਨਾਲ ਛੱਡ ਦੇਵੋ ਲੈਣਾ ਦੇਣਾ ਦਾਜ ਅਸੀਂ ਨੀ ਕੁਝ ਹੋਰ ਮੰਗਦੇ ਸਾਡਾ ਵਸਦਾ ਏ ਰੰਗੀਲਾ ਪੰਜਾਬ ਅਸੀਂ ਨੀ ਕੁਝ ਹੋਰ ਮੰਗਦੇ ਅਸੀਂ ਨੀ ਕੁਝ ਹੋਰ ਮੰਗਦੇ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ ਆਜ਼ਾਦੀ ਦਾ ਅੰਮ੍ਰਿਤ ਮਹਾ ਉਤਸਵ ਦੇ ਅੰਤਰਗਤ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਸਤਿਗੁਰੂ ਰਾਮ ਸਿੰਘ ਜੀ ਹੁਣਾਂ ਦੀ ਜੋ ਕਿ ਕੂਕਾ ਅੰਦੋਲਨ ਦੇ ਸੰਸਥਾਪਕ ਨੇ ਔਰ ਸਾਡੇ ਨਾਲ ਇਸ ਵਿਸ਼ੇ ਦੇ ਬਾਬਤ ਗੱਲਬਾਤ ਕਰਨ ਦੇ ਲਈ ਸਟੂਡੀਓ ਦੇ ਵਿੱਚ ਨੇ ਡਾਕਟਰ ਅਰੁਣ ਮਹਿਰਾ। ਹੁਣ ਗੱਲ ਕਰਦੇ ਹਾਂ ਅੰਗਰੇਜ਼ਾਂ ਦੀਆਂ ਨੀਤੀਆਂ ਦੀ, ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਜ਼ਾਲਮ ਸਨ ਨਹੀਂ ਚਾਹੁੰਦੇ ਸੀ ਕਿ ਕੋਈ ਹੋਰ ਆਪਣੀ ਆਵਾਜ਼ ਚੁੱਕ ਸਕੇ। ਸੋ ਅੰਗਰੇਜ਼ਾਂ ਦੀਆਂ ਨੀਤੀਆਂ ਤੇ ਕੂਕਾ ਅੰਦੋਲਨ। ਅੰਗਰੇਜ਼ 1600 ਸੰਨ ਦੇ ਵਿੱਚ ਈਸਟ ਇੰਡੀਆ ਕੰਪਨੀ ਬਣੀ ਜੀ ਤੇ 1757 ਤੱਕ 150 ਸਾਲ ਹਿੰਦੁਸਤਾਨ ਨਾਲ ਵਪਾਰ ਕੀਤਾ। ਜੀ ਇਹ 150 ਸਾਲ ਵਪਾਰ ਹਿੰਦੁਸਤਾਨ ਚੋਂ ਐਕਸਪੋਰਟ ਹੁੰਦਾ ਸੀਗਾ, ਬਾਹਰੋਂ ਸੋਨਾ ਚਾਂਦੀ ਆਂਦਾ ਸੀਗਾ। ਔਰ 1751 ਚ ਲਗਭਗ ਦੁਨੀਆ ਦਾ 25% ਪ੍ਰੋਡਕਸ਼ਨ ਜਿਹੜੀ ਹੈ ਚੀਜ਼ਾਂ ਦੀ ਉਹ ਹਿੰਦੁਸਤਾਨ ਕਰਦਾ ਸੀਗਾ। ਜੀ 1911 ਚ ਇਹ ਸਿਰਫ 1.5% ਰਹਿ ਗਏ। ਇਹ ਦੱਸਦੀ ਹੈ ਕਿ ਅੰਗਰੇਜ਼ਾਂ ਨੇ ਕਿਹੋ ਜਿਹੀਆਂ ਆਰਥਿਕ ਪੱਧਰ ਤੇ ਹਿੰਦੁਸਤਾਨੀਆਂ ਦੇ ਨਾਲ ਜ਼ਿਆਦਤੀਆਂ ਕੀਤੀਆਂ। ਜਦੋਂ ਮਹਾਰਾਣਾ ਰਣਜੀਤ ਸਿੰਘ ਜੀ ਦਾ ਕਿਲਾ ਢਹਿ ਗਿਆ, ਪੰਜਾਬ ਦਾ ਕਿਲਾ ਢਹਿ ਗਿਆ, ਉਸ ਤੋਂ ਬਾਅਦ ਅੰਗਰੇਜ਼ ਕਿਉਂਕਿ ਵਪਾਰੀ ਸੀ, ਉਹਨਾਂ ਨੇ ਉਹੋ ਹੀ ਜ਼ਿਆਦਤੀਆਂ ਪੰਜਾਬ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜੀ ਉਹਨਾਂ ਨੇ ਜਿਹੜਾ ਲਗਾਨ ਹੈ ਉਹ ਨਕਦ ਰੂਪ ਚ ਲੈਣਾ ਸ਼ੁਰੂ ਕੀਤਾ। ਕਿਸਾਨਾਂ ਵਾਸਤੇ ਬੜਾ ਮੁਸ਼ਕਲ ਸੀਗਾ। ਮਹਾਰਾਣਾ ਰਣਜੀਤ ਸਿੰਘ ਵੇਲੇ ਇਹੋ ਜਿਹੀ ਗੱਲ ਨਹੀਂ ਸੀ। ਬਾਹਰੀ ਵਸਤੂਆਂ ਜਿਹੜੀਆਂ ਉਹ ਆਉਣੀਆਂ ਇੱਥੇ ਸ਼ੁਰੂ ਹੋ ਗਈਆਂ। ਛੋਟੇ ਕਿਸਾਨ ਜਿਹੜੇ ਹੈ ਕਾਸ਼ਤਕਾਰ ਸਾਰੇ ਦੁਖੀ ਹੋ ਗਏ। ਬੇਕਾਰੀ, ਬੇਰੋਜ਼ਗਾਰੀ, ਆਰਥਿਕ ਤੰਗੀ ਬਹੁਤ ਜ਼ਿਆਦਾ ਵੱਧ ਗਈ। ਇਹਦੇ ਨਾਲ ਹੀ ਅੰਗਰੇਜ਼ਾਂ ਨੇ ਜਿਹੜਾ ਇੱਕ ਬੂਚੜਖਾਨੇ ਖੋਲ੍ਹਣੇ ਸ਼ੁਰੂ ਕਰ ਦਿੱਤੇ ਜਿਹੜੇ ਮਹਾਰਾਣਾ ਰਣਜੀਤ ਸਿੰਘ ਵੇਲੇ ਨਹੀਂ ਸੀਗੇ, ਜੀ ਜਿੱਥੇ ਗਊਆਂ ਦੀ ਹੱਤਿਆ ਹੋਣੀ ਸ਼ੁਰੂ ਹੋ ਗਈ। ਜੀ ਇਹਦੇ ਨਾਲ ਹੀ ਧਰਮ ਪਰਿਵਰਤਨ ਅੰਗਰੇਜ਼ਾਂ ਨੇ ਸ਼ੁਰੂ ਕਰ ਦਿੱਤਾ। ਈਸਾਈ ਮਿਸ਼ਨਰੀ ਜਿਹੜੇ ਆ ਉਹਨਾਂ ਨੂੰ ਖੁੱਲ੍ਹ ਦੇ ਦਿੱਤੀ। ਜੀ ਸੋ ਸਮਾਜ ਦੇ ਵਿੱਚ ਜਿਹੜਾ ਇੱਕ
ਆਰਥਿਕ ਪੱਖੋਂ ਗੁੱਸਾ ਸੀਗਾ ਔਰ ਉਹਨਾਂ ਦੀਆਂ ਜਿਹੜੀਆਂ ਸਮਾਜਿਕ ਔਰ ਧਾਰਮਿਕ ਜਿਹੜੀਆਂ ਰਵਾਇਤਾਂ ਸੀ ਉਹਨਾਂ ਤੇ ਸੱਟ ਵੱਜਣ ਦੇ ਨਾਲ ਹੋਰ ਜ਼ਿਆਦਾ ਗੁੱਸਾ ਸੀਗਾ। ਜੀ। ਇਹ ਗੱਲਾਂ ਨੂੰ ਇਕੱਠਿਆਂ ਕਰਕੇ ਸਤਿਗੁਰੂ ਰਾਮ ਸਿੰਘ ਜੀ ਨੇ ਭਗਤੀ ਦੇ ਨਾਲ ਵੀਰ ਰਸ ਨੂੰ ਜੋੜ ਕੇ ਦੇਸ਼ ਭਗਤੀ ਨੂੰ ਜੋੜ ਕੇ ਲੋਕਾਂ ਦੇ ਵਿੱਚ ਇੱਕ ਨਵਾਂ ਸੰਚਾਰ, ਨਵੀਂ ਊਰਜਾ ਪੈਦਾ ਕੀਤੀ ਜੀ। ਔਰ ਇਹੋ ਜਿਹੇ ਆਪਣੇ ਅਨੁਯਾਈ ਖੜੇ ਕੀਤੇ ਜਿਹੜੇ ਮੌਤ ਤੋਂ ਨਹੀਂ ਸੀ ਡਰਦੇ ਔਰ ਅੰਗਰੇਜ਼ ਸ਼ਾਸਨ ਦੇ ਨਾਲ ਅੱਖਾਂ 'ਚ ਅੱਖ ਲੜਾ ਕੇ ਗੱਲ ਕਰਦੇ ਸਨ। ਆਪਣਾ ਸਰਵਸ ਹਰ ਵੇਲੇ ਤਿਆਗ ਕਰਨ ਵਾਸਤੇ ਤਿਆਰ ਰਹਿੰਦੇ ਸਨ। ਸੁੱਚਾ ਸਿੱਧਾ ਸਾਦਾ ਸਾਦਗੀ ਜੀਵਨ ਉਹਨਾਂ ਦਾ ਸੀਗਾ ਜੀ। ਔਰ ਪੂਰਾ ਸਮਰਪਣ ਭਾਵ ਸੀਗਾ। ਜੀ ਬਿਲਕੁਲ ਇਹ ਜੀ। ਹੁਣ ਗੱਲ ਕਰਦੇ ਹਾਂ ਅੰਗਰੇਜ਼ਾਂ ਦੀਆਂ ਨੀਤੀਆਂ ਤੇ ਉਹਨਾਂ ਦੇ ਨਾਲ ਕੂਕਾ ਅੰਦੋਲਨ ਦੇ ਸੰਸਥਾਪਕ ਤੇ ਕੂਕਿਆਂ ਦਾ ਟਕਰਾਅ ਤੇ ਕੂਕਿਆਂ ਦੀ ਸ਼ਹਾਦਤ ਬਾਰੇ। ਅੰਗਰੇਜ਼ ਜਿਹੜੇ ਹੈ ਉਹਨਾਂ ਨੇ ਦੇਖਿਆ ਕਿ ਸਤਿਗੁਰੂ ਰਾਮ ਸਿੰਘ ਜਿਹੜੇ ਹੈ ਜੀ ਉਹਨਾਂ ਦਾ ਇੱਕ ਇਹ ਜਿਹੜਾ ਪ੍ਰਭਾਵ ਪ੍ਰਚਾਰ ਲਗਾਤਾਰ ਵਧੀ ਜਾ ਰਿਹਾ ਹੈ। ਬਿਲਕੁਲ। ਤੇ ਉਹ ਇੱਕ ਪਾਸੇ ਤਾਂ ਜਿਹੜਾ ਗੱਲ ਕਰਦੇ ਆ ਅਹਿੰਸਾ ਦੀ, ਬਿਲਕੁਲ। ਇੱਕ ਪਾਸੇ ਗੱਲ ਕਰਦੇ ਆ ਵਿਦੇਸ਼ੀ ਵਸਤੂਆਂ ਦੇ ਬਹਿਸ਼ਕਾਰ ਦੀ, ਇੱਕ ਪਾਸੇ ਕਰਦੇ ਆ ਸਵਦੇਸ਼ੀ ਦੀ, ਇੱਕ ਪਾਸੇ ਵਿਦੇਸ਼ੀ ਸੇਵਾਵਾਂ ਦਾ ਵੀ ਵਿਰੋਧ ਕਰਦੇ ਆ। ਬਿਲਕੁਲ। ਉਹ ਇਹ ਸਭ ਗੱਲਾਂ ਤੋਂ ਅੰਗਰੇਜ਼ ਜਿਹੜੇ ਆ ਨਾ ਉਹਨਾਂ ਨੂੰ ਲੱਗਾ ਕਿ ਪੰਜਾਬ ਵਰਗੇ ਖਿੱਤੇ ਦੇ ਵਿੱਚ ਇਹ ਇੱਕ ਨਵਾਂ ਕੁਛ ਨਾ ਕੁਛ ਅੰਦੋਲਨ ਸ਼ੁਰੂ ਹੋ ਰਿਹਾ ਹੈ ਜਿਹੜਾ ਕਿ ਅੱਗੇ ਜਾ ਕੇ ਸਾਨੂੰ ਪਰੇਸ਼ਾਨ ਕਰੇਗਾ। ਇਸ ਪਿੱਛੇ ਉਹਨਾਂ ਨੇ ਆਪਣਾ ਸਤਿਗੁਰੂ ਰਾਮ ਸਿੰਘ ਜੀ ਦੇ ਮੂਵਮੈਂਟ ਦੇ ਉੱਤੇ ਬੈਨ ਲਗਾਤਾ। ਉਹਨਾਂ ਨੂੰ ਭੈਣੀ ਸਾਹਿਬ ਤੋਂ ਬਾਹਰ ਨਿਕਲਣ ਤੋਂ ਮਨਾ ਕਰ ਦਿੱਤਾ। ਅੱਛਾ ਜੀ। ਔਰ ਜਿਹੜਾ ਕੋਈ ਵੀ ਧਾਰਮਿਕ ਇਕੱਠ ਉਹ ਬਾਹਰ ਨਹੀਂ ਕਰ ਸਕਦੇ। ਜਿਹੜਾ ਉਹਨਾਂ ਨੇ ਸੰਗਠਨ ਸਾਰਾ ਤਿਆਰ ਕੀਤਾ ਸੀਗਾ ਹੁਣ ਉਹਨਾਂ ਦੇ ਜਿਹੜੇ ਸ਼ਿਸ਼ ਹੈ ਉਹਨਾਂ ਦੀ ਸੰਖਿਆ ਹਜ਼ਾਰਾਂ ਦੇ ਵਿੱਚ ਹੋ ਚੁੱਕੀ ਸੀ। ਬਿਲਕੁਲ। ਉਹਨਾਂ ਨੂੰ ਪਤਾ ਲੱਗਾ ਤੇ ਉਹ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਭੈਣੀ ਸਾਹਿਬ ਆਉਣ ਲੱਗੇ। ਅੱਛਾ ਜੀ। ਉਹ ਇੰਨਾ ਜ਼ਿਆਦਾ ਪ੍ਰਭਾਵ ਦੇ ਕੇ ਅੰਗਰੇਜ਼ਾਂ ਨੇ ਕਿਹਾ ਕਿ ਇਹ ਤਾਂ ਕਾਊਂਟਰ ਪ੍ਰੋਡਕਟਿਵ ਹੋ ਗਿਆ। ਉਹਨਾਂ ਨੇ ਇਹ ਜਿਹੜਾ ਚੁੱਕ ਲਿਆ ਕਿ ਵੀ ਇਹ ਹੁਣ ਪ੍ਰਤੀਬੰਧ ਹੋਣ ਨਹੀਂ ਰਹੇਗਾ। ਅੱਛਾ ਜੀ। ਤੇ ਉਹਨਾਂ ਨੇ ਸੋਚਿਆ ਕਿ ਇਹਦਾ ਸ਼ਾਇਦ ਠੀਕ ਰਿਜ਼ਲਟ ਨਿਕਲੇਗਾ। ਲੋਕ ਜਿਹੜੇ ਹੈਗੇ ਆ ਉਹਦਾ ਜਿਹੜਾ ਕਾਊਂਟਰ ਪ੍ਰੋਡਕਟਿਵ ਉਹਨਾਂ ਦਾ ਸੋਚ ਹੈ ਉਹ ਠੱਲ ਪੈ ਜਾਏਗੀ ਜੀ। ਪਰ ਸਤਿਗੁਰੂ ਰਾਮ ਸਿੰਘ ਜੀ ਜਿਹੜੇ ਆ ਉਹਨਾਂ ਨੇ ਹੋਰ ਜ਼ਿਆਦਾ ਵੱਧ ਚੜ ਕੇ ਲੋਕਾਂ 'ਚ ਦੇਸ਼ ਭਗਤੀ, ਰਾਸ਼ਟਰ ਭਗਤੀ, ਸਮਾਜ ਸੁਧਾਰਕ ਧਰਮ ਦਾ ਪ੍ਰਚਾਰ ਜਿਹੜਾ ਵਧਾਤਾ ਜੀ। ਔਰ ਇਸ ਸੰਬੰਧ ਦੇ ਵਿੱਚ ਕਿਉਂਕਿ ਹੁਣ ਲੋਕ ਜਿਹੜੇ ਆ ਪਿਛਲੇ ਆਪਣਾ 10-15 ਸਾਲਾਂ ਦੇ ਵਿੱਚ ਜ਼ਿਆਦਾ ਜਾਗਰੂਕ ਹੋ ਚੁੱਕੇ ਸੀ, ਸੰਗਠਿਤ ਹੋ ਚੁੱਕੇ ਸੀ ਉਹਨਾਂ ਦੇ ਸ਼ਿਸ਼ ਔਰ ਮਾਨਸਿਕ ਤੌਰ ਤੇ ਪੂਰੇ ਤਿਆਰ ਸੀਗੇ ਕਿ ਅਸੀਂ ਆਪਣਾ ਅੰਗਰੇਜ਼ ਸ਼ਾਸਨ ਦੀ ਜ਼ਿਆਦਤੀਆਂ ਨਹੀਂ ਬਰਦਾਸ਼ਤ ਕਰਨੀਆਂ। 1871 ਚ ਅਸੀਂ ਦੇਖਦੇ ਹਾਂ ਕਿ ਡਾਇਰੈਕਟ ਕਨਫਰੰਟੇਸ਼ਨ ਜਿਹੜੀ ਹੈ ਉਹ ਕੂਕਿਆਂ ਦੀ ਔਰ ਬ੍ਰਿਟਿਸ਼ ਸਰਕਾਰ ਦੇ ਨਾਲ ਹੁੰਦੀ ਹੈ। ਸਭ ਤੋਂ ਪਹਿਲੇ 1871 ਦੇ ਸ਼ੁਰੂਆਤ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜਾ ਕੂਕਾ ਸਿੱਖ ਜਿਹੜੇ ਹੈ ਉਹ ਗੁਰਦੁਆਰੇ ਜਿਹੜਾ ਸਾਡਾ ਹਰਮਿੰਦਰ ਸਿੰਘ ਹੈ ਉਹਦੇ ਕੋਲ ਬੂਚੜਖਾਨੇ ਨੂੰ ਬੰਦ ਕਰਨ ਵਾਸਤੇ ਕਹਿੰਦੇ ਆ ਜੀ। ਨਾ ਸਰਕਾਰ ਸੁਣਦੀ ਹੈ ਤੇ ਨਾ ਬੂਚੜ ਸੁਣਦੇ ਆ ਜੀ। ਇਸ ਗੱਲ ਤੋਂ ਜਿਹੜੀ ਆਪਸ ਦੇ ਵਿੱਚ ਝਗੜਾ ਹੁੰਦਾ ਹੈ ਜੀ ਤੇ ਕੁਝ ਕੂਕਾ ਸਿੱਖ ਜਿਹੜੇ ਆ ਉਹ ਆਪਣਾ ਕੀ ਨਾਮ ਹੈ ਉਹਨਾਂ ਦੇ ਹੱਥੋਂ ਬੂਚੜਖਾਨੇ ਦੇ ਜਿਹੜੇ ਬੂਚੜ ਹੈ ਉਹ ਲੜਾਈ ਝਗੜੇ 'ਚ ਮਾਰੇ ਜਾਂਦੇ ਆ ਜੀ। ਤੇ ਉਹ ਜਿਨ੍ਹਾਂ ਨੇ ਇਹ ਕੰਮ ਕੀਤਾ ਸੀ ਉਹ ਆਪਣਾ ਕੂਕਾ ਉੱਥੋਂ ਨਿਕਲ ਜਾਂਦੇ ਆ ਤੇ ਅੰਗਰੇਜ਼ ਸਰਕਾਰ ਜਿਹੜੀ ਹੈ ਉਹ ਕੁਝ ਨਿਰਦੋਸ਼ ਕੂਕਾ ਸਿੱਖਾਂ ਨੂੰ ਫੜ ਕੇ ਤੇ ਫਾਂਸੀ ਦੇਣ ਦੀ ਗੱਲ ਕਰਦੀ ਹੈ। ਅੱਛਾ ਜੀ। ਸਤਿਗੁਰੂ ਰਾਮ ਸਿੰਘ ਕੋਲ ਉਹ ਜਿਨ੍ਹਾਂ ਨੇ ਝਗੜੇ 'ਚ ਸ਼ਾਮਲ ਸੀ ਉਹ ਪਹੁੰਚਦੇ ਆ ਜੀ। ਤੇ ਸਤਿਗੁਰੂ ਰਾਮ ਸਿੰਘ ਕਹਿੰਦੇ ਆ ਵੀ ਕੰਮ ਤੁਸੀਂ ਕਰੋ ਤੇ ਫਲ ਹੋਰ ਕੋਈ ਖਾਏ, ਇਹ ਨਹੀਂ, ਇਹ ਸਾਡੇ ਕੋਡ ਆਫ ਕੰਡਕਟ 'ਚ ਨੇ, ਤੁਸੀਂ ਜਾ ਕੇ ਸਮਰਪਣ ਕਰੋ ਜੀ। ਉਹ ਬੇਖੌਫ ਨਿਟਰ ਹੋ ਕੇ ਜਾ ਕੇ ਸਮਰਪਣ ਕਰਦੇ ਆ ਕਿ ਵੀ ਇਹ ਕੰਮ ਅਸੀਂ ਕੀਤਾ, ਬੂਚੜ ਜਿਹੜੇ ਹੈਗੇ ਉਹਨਾਂ ਲੜਾਈ ਝਗੜੇ ਸਾਡੇ ਹੱਥੋਂ ਮਰੇ ਜੀ। ਜੱਜ ਇਹਨੂੰ ਸਵੀਕਾਰ ਨਹੀਂ ਕਰਦਾ। ਉਹ ਫਿਰ ਪੂਰਾ ਆਪਣਾ ਨਿਵ੍ਰਿਤ ਦੱਸਦੇ ਆ ਕਿ ਕਿਸ ਤਰ੍ਹਾਂ ਕੀ ਹੋਇਆ ਸੀਗਾ ਤੇ ਉਹਨਾਂ ਨੂੰ ਫਿਰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ। ਪਰ ਜਿਸ ਤਰ੍ਹਾਂ ਮੈਂ ਦੱਸਿਆ ਇਹੋ ਜਿਹਾ ਇੱਕ ਊਰਜਾ ਦਾ ਸੰਚਾਰ ਸਤਿਗੁਰੂ ਰਾਮ ਸਿੰਘ ਨੇ ਕੀਤਾ ਸੀਗਾ। ਉਹਨਾਂ ਨੇ ਕਿਹਾ ਜੀ ਤੁਸੀਂ ਸਾਨੂੰ ਫਾਂਸੀ ਨਹੀਂ ਚੜਾਣਾ ਜੀ। ਫਾਂਸੀ ਦੇ ਫੰਦੇ ਰੇਸ਼ਮ ਦੇ ਬਣਾਓ
ਜੀ ਅਸੀਂ ਖੁਦ ਫਾਂਸੀ ਤੇ ਚੜਾਂਗੇ। ਜੀ ਔਰ ਇੱਕ ਇੱਕ ਕਰਕੇ ਉਹ ਖੁਦ ਫਾਂਸੀ ਤੇ ਝੂਲ ਗਏ। 4 ਜਿਹੜੇ ਹੈ ਕੂਕਾ ਸਿੱਖ, ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਅੱਜ ਉੱਥੇ ਸ਼ਹੀਦੀ ਸਮਾਰਕ ਬਣਿਆ, ਬੋਧ ਦੇ ਵ੍ਰਿਕਸ਼ ਦੇ ਨਾਲ ਫਾਂਸੀ ਤੇ ਲਟਕਾਇਆ ਗਿਆ, ਸ਼ਹੀਦੀ ਪ੍ਰਾਪਤ ਕੀਤੀ ਜੀ। ਇਸ ਤੋਂ ਆਪਣਾ ਕੁਝ ਦੇਰ ਬਾਅਦ ਅਸੀਂ ਦੇਖਦੇ ਹਾਂ ਰਾਏਕੋਟ ਦੇ ਵਿੱਚ ਵੀ ਫਿਰ ਕਨਫਰੰਟੇਸ਼ਨ ਹੁੰਦੀ ਹੈ, ਕਿਉਂਕਿ ਇੱਕ ਗਊ ਜਿਹੜੀ ਹੈ ਉਹ ਇੱਕ सांस्कृतिक और राष्ट्रीय सिंबल मन के चलते हैं। सतगुरु राम सिंह अपनी भारत ਦੀ ਸੰਸਕ੍ਰਿਤੀ ਦਾ, ਸਤਿਗੁਰੂ ਰਾਮ ਸਿੰਘ ਜੀ ਨੇ ਬਹੁਤ ਜ਼ਿਆਦਾ ਮਤਲਬ ਕਿ ਗਰੀਬਾਂ ਦੇ ਲਈ, ਔਰਤਾਂ ਦੇ ਲਈ, ਹਰ ਕਿਸੇ ਦੇ ਲਈ ਉਹਨਾਂ ਨੇ ਆਵਾਜ਼ ਚੱਕੀ ਹੈ। ਹੁਣ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਪੁੱਛਣਾ ਚਾਹੂੰਗੀ ਕਿ ਤੁਹਾਡੇ ਗੱਲਾਂ ਤੋਂ ਜਦੋਂ ਆਪਾਂ ਪੜ੍ਹਦੇ ਵੀ ਹਾਂ ਸਤਿਗੁਰੂ ਰਾਮ ਸਿੰਘ ਜੀ ਬਾਰੇ ਜਾਂ ਕੂਕਾ ਅੰਦੋਲਨ ਬਾਰੇ ਵੀ ਸਾਫ਼ ਪਤਾ ਲੱਗਦਾ ਹੈ ਕਿ ਇੱਕ ਵਾਰੀ ਤਾਂ ਅੰਗਰੇਜ਼ਾਂ ਦੀਆਂ ਜੜ੍ਹਾਂ ਕੂਕਾ ਅੰਦੋਲਨ ਨੇ ਹਿਲਾ ਦਿੱਤੀਆਂ ਸੀ। ਬਿਲਕੁਲ। ਇਹਦੇ 'ਚ ਸਭ ਤੋਂ ਜ਼ਿਆਦਾ ਖੌਫ ਜਿਹੜਾ ਉਦੋਂ ਆਉਂਦਾ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਐਸੇ ਸੰਦਰਭ 'ਚ ਜਦੋਂ ਇੱਕ ਆਪਣਾ ਝਗੜਾ ਮਲੇਰਕੋਟਲਾ ਔਰ ਮਲੋਟ ਦੇ ਵਿੱਚ ਹੁੰਦਾ ਹੈ ਜੀ, ਤੇ ਅੰਗਰੇਜ਼ ਇਤਨੇ ਜ਼ਿਆਦਾ ਖੌਫਜ਼ਦਾ ਹੈਗੇ ਆ ਕਿ ਉਹ ਇੱਕ ਸਮਾਜ ਦੇ ਵਿੱਚ ਇੱਕ ਟੈਰਰ ਕ੍ਰੀਏਟ ਕਰਨ ਵਾਸਤੇ ਇੱਕ ਇਹੋ ਜਿਹਾ ਇੱਕ ਘਟਨਾ ਦਾ ਨਿਰਮਾਣ ਕਰਨਾ ਚਾਹੁੰਦੇ ਆ ਤਾਂ ਕਿ ਕੋਈ ਵੀ ਲੋਕ ਜਿਹੜੇ ਆ ਕੱਲ ਨੂੰ ਕੂਕਾ ਰਾਮ ਸਿੰਘ ਜੀ ਤੋਂ ਪ੍ਰਭਾਵਿਤ ਨਾ ਹੋਣ ਔਰ ਉਹਨਾਂ ਦੇ ਸਾਹਮਣੇ ਨਾ ਖੜੇ ਹੋਣ। ਬਿਲਕੁਲ। ਇਸ ਸੰਦਰਭ 'ਚ ਜਦੋਂ ਅਸੀਂ ਦੇਖਦੇ ਹਾਂ ਕਿ ਮਲੇਰਕੋਟਲਾ ਔਰ ਮਲੋਟ ਦੇ ਵਿੱਚ ਬੂਚੜ ਔਰ ਜਿਹੜੇ ਇਹਨਾਂ ਦੇ ਵਿੱਚ ਕੂਕਾ ਸਿੱਖ 'ਚ ਝਗੜਾ ਹੋਇਆ, ਉਹਦੇ 'ਚ ਕੁਝ ਕੂਕਾ ਮਾਰੇ ਗਏ, ਕੁਝ ਬੂਚੜ ਮਾਰੇ ਗਏ। ਅੰਗਰੇਜ਼ ਜਿਹੜੇ ਆ ਉਹਨਾਂ ਨੇ ਇੱਕ ਤਰਫਾ ਕਾਰਵਾਈ ਕਰਕੇ ਤੇ ਕੂਕਾ ਸਿੱਖ ਜਿਹੜੇ ਆ ਉਹਨਾਂ ਨੂੰ ਪਕੜ ਲਿਆ। ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਸਤਿਗੁਰੂ ਰਾਮ ਸਿੰਘ ਜੀ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ, ਇਸ ਤੋਂ ਪਹਿਲੇ ਇੱਕ ਥੋੜਾ ਜਿਹਾ ਮੈਂ ਕਹਾਂਗਾ। ਜੀ ਲੁਧਿਆਣਾ ਦੇ ਵਿੱਚ 66 ਕੂਕਾ ਸਿੱਖ ਜਿਹੜੇ ਆ ਉਹਨਾਂ ਨੂੰ ਬਗੈਰ ਕਿਸੇ ਦਲੀਲ, ਵਕੀਲ ਔਰ ਮੁਕੱਦਮਾ ਚਲਾਏ ਤੋਪ ਤੇ ਮੂੰਹ ਦੇ ਅੱਗੇ ਇੱਕ ਇੱਕ ਕਰਕੇ ਖੜਾ ਕਰਕੇ ਉਡਾ ਦਿੱਤਾ ਗਿਆ, ਜਿਹਦੇ ਕਾਰਨ ਉਹਨਾਂ ਦੇ ਚੀਥੜੇ ਉੱਡ ਗਏ। ਇਹ ਸਾਰੇ ਕੂਕਾ ਜਿਹੜੇ ਹੈਗੇ ਆ ਇਹਨਾਂ ਨੂੰ ਉਹਨਾਂ ਨੇ ਖੜਾ ਨਹੀਂ ਕੀਤਾ, ਉਹ ਇੱਕ ਇੱਕ ਕਰਕੇ ਆਪ ਉੱਥੇ ਜਾ ਕੇ ਖੜੇ ਹੁੰਦੇ ਸੀ ਕਿ ਅਸੀਂ ਸ਼ਹਾਦਤ ਪਾਉਣ ਨੂੰ ਤਿਆਰ ਹਾਂ। ਬਿਲਕੁਲ। ਇਹੋ ਜਿਹਾ ਉਦਾਹਰਨ ਸਾਨੂੰ ਹੋਰ ਕਿਤੇ ਨਹੀਂ ਮਿਲਦਾ। ਇੱਕ 12 ਸਾਲ ਦਾ ਬਾਲਕ ਸੀਗਾ, ਬਿਲਕੁਲ, ਉਹਦੀ ਵੀ ਵਿੱਚ ਗੱਲ ਆਂਦੀ ਹੈ ਜੀ, ਇੱਟਾਂ ਰੱਖ ਦਿਓ ਮੈਂ ਤੋਪ ਜਿੱਡਾ ਹੋਣਾ। ਉਹਨੂੰ ਕਿਹਾ ਕਿ ਬਈ ਤੂੰ ਗੁਰੂ ਕਹਦੇ ਸਤਿਗੁਰੂ ਰਾਮ ਸਿੰਘ ਨਾਲ ਤੇਰਾ ਕੋਈ ਸੰਬੰਧ ਨਹੀਂ, ਉਹਨੇ ਨਾ ਕਰ ਦਿੱਤੀ, ਉਹ ਵੀ ਆਪਣਾ ਜਿਹੜਾ ਸ਼ਹਾਦਤ ਪਾਈ। ਸੋ ਇਹੋ ਜਿਹੀ ਸ਼ਹਾਦਤ ਇਸੇ ਤਰ੍ਹਾਂ 16 ਬਾਅਦ ਦੇ ਵਿੱਚ ਜਿਹੜਾ ਦੂਸਰੀ ਜਗ੍ਹਾ ਜਿਹੜਾ ਮਲੇਰਕੋਟਲਾ ਦੇ ਵਿੱਚ ਵੀ ਤੋਪਾਂ ਨਾਲ ਉਡਾਏ ਗਏ। ਇਹ ਜਿਹੜੇ ਲਗਭਗ ਅਸੀਂ 100 ਦੇ ਕਰੀਬ ਕੂਕਾ ਸਿੱਖ ਕੱਲੇ ਤੋਪਾਂ ਨਾਲ ਉਡਾਏ ਗਏ ਜੀ, ਉਹ ਇੱਕ ਅੰਗਰੇਜ਼ਾਂ ਨੇ ਪੰਜਾਬ ਦੇ ਔਰ ਭਾਰਤੀ ਸਮਾਜ 'ਚ ਖੌਫ ਪੈਦਾ ਕਰਨ ਵਾਸਤੇ ਕੀਤਾ ਸੀਗਾ। ਪਰ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਔਰ ਉਹਨਾਂ ਨੇ ਜਿਸ ਤਰ੍ਹਾਂ ਸ਼ਹਾਦਤ ਦਿੱਤੀ ਨਿਡਰ ਹੋ ਕੇ, ਕੱਲੇ ਆਪ ਹੀ ਫਾਂਸੀ ਦੇ ਉੱਤੇ ਚੜੇ, ਆਪ ਹੀ ਤੋਪ ਦੇ ਅੱਗੇ ਖੜੇ ਹੋਏ, ਉਹਨਾਂ ਨੇ ਇੱਕ ਨਈ ਊਰਜਾ ਦਾ ਸੰਚਾਰ ਕੀਤਾ ਔਰ ਆਜ਼ਾਦੀ ਦੀ ਜੋਤ ਨੂੰ ਪਹਾਇਆ। ਬਿਲਕੁਲ। ਔਰ ਲੋਕ ਜਿਹੜੇ ਹੈਗੇ ਆ ਉਹ ਅੰਗਰੇਜ਼ੀ ਸ਼ਾਸਨ ਦੇ ਹੋਰ ਵਿਰੁੱਧ ਖੁੱਲ ਕੇ ਆਉਣ ਲੱਗੇ। ਬਿਲਕੁਲ। ਇੱਥੇ ਜਿਹੜੀ ਤੁਸੀਂ ਗੱਲ ਕੀਤੀ ਹੈ ਠੱਲ ਪਾਉਣ ਵਾਸਤੇ ਉਹਨਾਂ ਨੇ ਸਤਿਗੁਰੂ ਰਾਮ ਸਿੰਘ ਜੀ ਨੂੰ ਵੀ ਅਰੈਸਟ ਕਰਕੇ ਤੇ ਬਰਮਾ ਭੇਜ ਦਿੱਤਾ, ਦੇਸ਼ ਨਿਕਾਲਾ ਦੇ ਦਿੱਤਾ ਔਰ ਤਾਂ ਕਿ ਇਹਨੂੰ ਆਪਣਾ ਕਿਨਾ ਰੋਕਿਆ ਜਾਏ। ਸਤਿਗੁਰੂ ਰਾਮ ਸਿੰਘ ਜੀ ਤੋਂ ਬਾਅਦ ਉਹਨਾਂ ਦੇ ਛੋਟੇ ਭਰਾ ਜਿਹੜੇ ਆ ਉਹ ਗੱਦੀ ਨਸ਼ੀਨ ਹੋਏ। ਉਹਨਾਂ ਨੂੰ 21 ਸਾਲ ਉਹਨਾਂ ਨੇ ਭੈਣੀ ਸਾਹਿਬ ਹੀ ਰੱਖਿਆ ਕਿ ਤੁਸੀਂ ਬਾਹਰ ਨਹੀਂ ਜਾ ਸਕਦੇ। ਇਹ ਸਾਰਾ ਜਿਹੜਾ ਇੱਕ ਅਸੀਂ ਜਿਹੜੇ ਦੇਖਦੇ ਆ ਘਟਨਾਵਾਂ ਕਿ ਤੋਪਾਂ ਨਾਲ ਉਡਾਣਾ, ਸਤਿਗੁਰੂ ਰਾਮ ਸਿੰਘ ਜੀ ਦਾ ਜ਼ਿਲ੍ਹਾ ਵਰਤਨ ਕਰਨਾ, ਉਹਨਾਂ ਦੇ ਭਰਾ ਨੂੰ ਆਪਣਾ ਭੈਣੀ ਸਾਹਿਬ ਦੇ ਤੱਕ ਹੀ ਸੀਮਿਤ ਕਰਨਾ, ਇਹ ਰਿਫਲੈਕਟ ਕਰਦਾ ਹੈ ਕਿ ਉਹਨਾਂ ਨੂੰ ਕਿੰਨਾ ਕੁ ਜ਼ਿਆਦਾ ਖੌਫ ਸੀਗਾ ਇਹ ਕੂਕਾ ਸਿੱਖ ਅੰਦੋਲਨ ਤੋਂ। ਔਰ ਕੂਕਾ ਸਿੱਖ ਅੰਦੋਲਨ ਪਹਿਲਾ ਇਹੋ ਜਿਹਾ ਅੰਦੋਲਨ ਪੰਜਾਬ 'ਚ ਹੈਗਾ 1857 ਤੋਂ ਬਾਅਦ, ਜਿਨਨੇ ਪੰਜਾਬੀਆਂ 'ਚ ਔਰ ਭਾਰਤੀਆਂ ਦੇ ਵਿੱਚ ਇੱਕ ਮਿਸਾਲ ਪੈਦਾ ਕੀਤੀ ਕਿ ਅਸੀਂ ਅੰਗਰੇਜ਼ਾਂ ਦੇ ਵਿਰੁੱਧ ਕਿਲਾ ਖੜਾ ਕਰਨਾ। ਬਿਲਕੁਲ। ਜਦੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸਤਿਗੁਰੂ ਰਾਮ ਸਿੰਘ ਜੀ ਨੂੰ, ਤੇ ਉਸ ਤੋਂ ਬਾਅਦ ਫਿਰ ਕੀ ਅਸਰ ਦੇਖਣ ਨੂੰ ਮਿਲਿਆ ਲੋਕਾਂ ਦੇ ਉੱਤੇ? ਦੇਖੋ ਜੀ, ਸਤਿਗੁਰੂ ਰਾਮ ਸਿੰਘ ਜੀ ਨੂੰ ਦੇਸ਼ ਨਿਕਾਲਾ ਦੇ ਦਿੱਤਾ, ਪਰ ਉਹ ਜਿਹੜਾ ਇੱਕ ਜਾਗਰੂਕਤਾ ਪੈਦਾ ਕਰ ਗਏ, ਬਿਲਕੁਲ, ਉਹ ਜਿਹੜੀ ਇੱਕ ਲਾਟ ਪਹਾ ਗਏ, ਉਹੀ ਅਸੀਂ ਅੱਗੇ ਦੇਖਦੇ ਆ। ਇਹ ਜਿਹੜਾ ਇੱਕ ਸਵਦੇਸ਼ੀ ਦਾ, ਅੰਗਰੇਜ਼ੀ ਵਸਤੂਆਂ ਦਾ ਬਾਇਕਾਟ ਦਾ, ਅਹਿੰਸਾ ਦਾ,
ਅੰਗਰੇਜ਼ੀ ਸੇਵਾਵਾਂ ਦਾ ਬਾਈਕਾਟ, ਬਿਲਕੁਲ। ਇਹ ਜਿਹੜਾ ਉਹਨਾਂ ਨੇ ਇੱਕ ਪ੍ਰੋਜੈਕਟ ਬਣਾਇਆ, ਉਹ ਅੱਗੇ ਜਾ ਕੇ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਲਾਲਾ ਲਾਜਪਤ ਰਾਏ ਨੇ ਬੀੜਾ ਚੁੱਕਿਆ। ਬਿਲਕੁਲ 1905 ਤੋਂ 1907 ਤੱਕ ਜਿਹੜਾ ਸਵਦੇਸ਼ੀ ਅੰਦੋਲਨ ਹੈ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ, ਇਹ ਸਤਿਗੁਰੂ ਰਾਮ ਸਿੰਘ ਦੀ ਜਿਹੜੀਆਂ ਲਾਇਆ ਆ ਪੌਦਾ ਸੀ ਉਹ ਹੀ ਅੱਗੇ ਪ੍ਰਫੁੱਲਿਤ ਹੋ ਰਿਹਾ। ਜਿਹੜਾ ਮਹਾਤਮਾ ਗਾਂਧੀ ਨੇ ਅਹਿੰਸਾ ਔਰ ਅਸਹਿਯੋਗ ਦਾ ਅੰਦੋਲਨ ਚਲਾਇਆ, ਅਸਹਿਯੋਗ ਤਾਂ ਸਤਿਗੁਰੂ ਰਾਮ ਸਿੰਘ 60 ਸਾਲ ਪਹਿਲੇ ਕਰਦੇ ਪਏ। ਜੀ ਇਸ ਪਿੱਛੇ ਅਸੀਂ ਇਹਨੂੰ ਅਲੱਗ-ਅਲੱਗ ਕਰਕੇ ਨਹੀਂ ਦੇ ਸਕਦੇ। ਅਸੀਂ ਦੇਖਦੇ ਹਾਂ ਕਿ ਇਹ ਪੌਦਾ ਕਿੰਨੇ ਲਗਾਇਆ। ਮੇਰੇ ਹਿਸਾਬ ਸਿਰ 1857 ਦੇ ਬਾਅਦ ਸਭ ਤੋਂ ਪਹਿਲੇ ਸਵਦੇਸ਼ੀ ਔਰ ਅਸਹਿਯੋਗ ਅਹਿੰਸਾ ਦਾ ਪੌਦਾ ਸਤਿਗੁਰੂ ਰਾਮ ਸਿੰਘ ਨੇ ਚਲਾਇਆ ਸੀਗਾ, ਜਿਹੜਾ ਅੱਗੇ ਜਾ ਕੇ ਇੱਕ ਪ੍ਰਫੁੱਲਿਤ ਵਟ ਵ੍ਰਿਕਸ਼ ਬਣਿਆ। ਜੀ ਕਈ ਲਾਲਾ ਲਾਜਪਤ ਰਾਏ, ਗਦਰੀ ਬਾਬੇ, ਮਹਾਤਮਾ ਗਾਂਧੀ, ਸਰਦਾਰ ਭਗਤ ਸਿੰਘ ਵਰਗੇ ਜਿਹੜੇ ਲੋਕ ਹੈ, ਉਹ ਸਤਿਗੁਰੂ ਰਾਮ ਸਿੰਘ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਕੇ ਇਹ ਆਜ਼ਾਦੀ ਦੀ ਮਸ਼ਾਲ ਨੂੰ ਅੱਗੇ ਲੈ ਕੇ ਚੱਲੇ। ਜੀ ਬਿਲਕੁਲ। ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਚੱਲ ਰਿਹਾ ਔਰ ਭਾਰਤ ਨੂੰ ਆਜ਼ਾਦ ਕਰਾਉਣ ਦੇ ਵਿੱਚ ਪੰਜਾਬੀਆਂ ਦਾ, ਪੂਰੇ ਦੇਸ਼ ਦਾ ਯੋਗਦਾਨ ਰਿਹਾ। ਦੇਸ਼ ਦੇ ਕੋਨੇ-ਕੋਨੇ ਤੋਂ ਹਰ ਕਿਸੇ ਨੇ ਆਪਣਾ ਯੋਗਦਾਨ ਪਾਇਆ। ਪੰਜਾਬੀਆਂ ਦੇ ਯੋਗਦਾਨ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਪੰਜਾਬੀਆਂ ਦਾ ਯੋਗਦਾਨ ਜਿਹੜਾ ਹੈਗਾ ਉਹ ਵੱਖਰਾ ਹੀ ਹੈਗਾ। ਅਸੀਂ ਦੇਖਦੇ ਹਾਂ ਕਿ ਜੇ ਸਰਦਾਰ ਭਗਤ ਸਿੰਘ, ਲਾਲਾ ਲਾਜਪਤ ਰਾਏ, ਜੀ ਇਹ ਇਹੋ ਜਿਹੇ ਲੀਡਰ ਹੋਏ ਆ ਜਿਨ੍ਹਾਂ ਨੇ ਇੱਕ ਮਸ਼ਾਲ ਪੈਦਾ ਕੀਤੀ ਹੈ। ਬਿਲਕੁਲ ਉਹ ਮਿਸਾਲ ਜਿਹੜੀ ਹੈਗੀ ਹੈ ਉਹ ਸਾਰੇ ਹਿੰਦੁਸਤਾਨ ਵਾਸਤੇ ਜਿਹੜਾ ਹੈਗਾ ਇੱਕ ਅਸੀਂ ਕਹਾਂਗੇ ਉਦਾਹਰਨ ਹੈ। ਕੱਲ ਹੀ 23 ਮਾਰਚ ਨੂੰ ਸਰਦਾਰ ਭਗਤ ਸਿੰਘ, ਸੁਖਦੇਵ, ਰਾਜਗੁਰੂ ਉਹਨਾਂ ਦੇ ਸੀਗਾ। ਤੁਸੀਂ ਦੇਖਦੇ ਹੋ ਸਾਰੇ ਸ਼ਹੀਦੀ ਦਿਹਾੜਾ ਸਾਰੇ ਹਿੰਦੁਸਤਾਨ ਦੇ ਵਿੱਚ ਪ੍ਰਤੀਕ ਦੇ ਤੌਰ ਤੇ ਮਨਾਇਆ ਗਿਆ। ਇਸੇ ਤਰ੍ਹਾਂ ਤੁਸੀਂ ਦੇਖੋ, ਮੈਂ ਅੰਡੇਮਾਨ ਨਿਕੋਬਾਰ ਗਿਆ, ਉੱਥੇ ਸੈਲੂਲਰ ਜੇਲ੍ਹ ਦੇ ਵਿੱਚ ਤੁਸੀਂ ਜਾਓ ਤੇ 1911 ਤੋਂ ਲੈ ਕੇ 1921 ਦੇ ਵਿੱਚ ਅੱਛਾ ਜੀ ਜੇ ਲਗਭਗ 120 ਦੇ ਕਰੀਬ ਭਾਰਤੀਆਂ ਨੂੰ ਕਾਲਾ ਪਾਣੀ ਦੀ ਸਜ਼ਾ ਹੋਈ ਹੈ, ਉਹਦੇ ਚ ਲਗਭਗ 90 ਤੋਂ ਵੱਧ ਪੰਜਾਬੀ ਹੈਗੇ। ਅੱਛਾ ਜੀ। ਇਸ ਪਿੱਛੇ ਪੰਜਾਬੀਆਂ ਦੀ ਜਿਹੜਾ ਸੁਤੰਤਰਤਾ ਸੰਗਰਾਮ ਵਾਸਤੇ ਦੇਣ ਹੈ, ਸਾਰੇ ਹਿੰਦੁਸਤਾਨੀਆਂ ਦੀ ਹੈ, ਪਰ ਪੰਜਾਬੀਆਂ ਦੀ ਇੱਕ ਆਪਣੀ ਅਲੱਗ ਪਹਿਚਾਨ ਹੈਗੀ ਹੈ। ਉਹਦੇ ਚ ਅਸੀਂ ਸਤਿਗੁਰੂ ਰਾਮ ਸਿੰਘ ਜੀ ਤੋਂ ਸ਼ੁਰੂ ਕਰੀਏ ਤੇ ਉਹ ਅੱਗੇ ਤੱਕਨ ਸਾਨੂੰ ਨਿਰੰਤਰਤਾ ਦੇ ਵਿੱਚ ਨਜ਼ਰ ਆਉਂਦੀ ਹੈ। ਅਜੋਕੇ ਸਮਾਜ ਦੀ ਜੇ ਗੱਲ ਕਰੀਏ ਅੱਜ ਦੇ ਸੰਦਰਭ ਦੇ ਵਿੱਚ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਅੱਜ ਦੇ ਸੰਦਰਭ ਦੇ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਸਾਨੂੰ ਸਤਿਗੁਰੂ ਰਾਮ ਸਿੰਘ ਜੀ ਦੇ ਆਦਰਸ਼ਾਂ ਦੇ ਉੱਤੇ, ਜਿਹੜਾ ਉਹਨਾਂ ਨੇ ਸਵਦੇਸ਼ੀ ਦੀ ਗੱਲ ਕੀਤੀ, ਵਿਦੇਸ਼ੀ ਵਸਤੂਆਂ ਦੇ ਬਾਈਕਾਟ ਦੀ ਗੱਲ ਕੀਤੀ, ਉਹਦੇ ਉੱਤੇ ਜ਼ੋਰ ਦੇਣਾ ਚਾਹੀਦਾ ਹੈ। ਅੱਜ ਅਸੀਂ ਆਜ਼ਾਦ ਦੇਸ਼ ਦੇ ਵਾਸੀ ਹਾਂ। ਅਸੀਂ ਉਹ ਸ਼ਹਾਦਤ ਤਾਂ ਨਹੀਂ ਪਾ ਸਕਦੇ ਪਹਿਲੀ ਵਰਗੀ, ਪਰ ਅਸੀਂ ਉਹ ਸ਼ਹੀਦਾਂ ਦੇ ਦੱਸੇ ਰਸਤੇ ਤੇ ਚੱਲ ਕੇ ਆਪਣੇ ਦੇਸ਼ ਨੂੰ ਵਿਸ਼ਵ ਗੁਰੂ ਬਣਾ ਸਕਦੇ ਹਾਂ। ਔਰ ਇਹ ਵਿਸ਼ਵ ਗੁਰੂ ਅੱਜ ਤਾਂ ਹੀ ਬਣੇਗਾ ਜੇ ਅਸੀਂ ਆਪਣੇ ਕਦਰਾਂ ਕੀਮਤਾਂ ਦੇ ਉੱਤੇ ਖੜਾਂਗੇ, ਜਿਹੜੀ ਉਹਨਾਂ ਨੇ ਖੜੀਆਂ ਕੀਤੀਆਂ। ਆਪਣੇ ਦੇਸ਼ ਦੇ ਵਿੱਚ ਮੈਂ ਸਮਝਦਾ ਇਸ ਵੇਲੇ ਜੇ ਸਵਦੇਸ਼ੀ ਨੂੰ ਅਸੀਂ ਜ਼ਿਆਦਾ ਤੋਂ ਜ਼ਿਆਦਾ ਪ੍ਰੇਰਿਤ ਕਰੀਏ ਤੇ ਉਹ ਦਿਨ ਦੂਰ ਨਹੀਂ ਜਦੋਂ ਹਿੰਦੁਸਤਾਨ ਜਿਹੜਾ ਹੈਗਾ ਉਹ ਮੁੜ ਸੋਨੇ ਦੀ ਚਿੜੀਆ ਬਣੇਗਾ, ਵਿਸ਼ਵ ਗੁਰੂ ਬਣੇਗਾ। ਇਹਦੇ ਵਾਸਤੇ ਸਤਿਗੁਰੂ ਰਾਮ ਸਿੰਘ ਜੀ ਵਰਗੇ ਜਿਹੜੇ ਮੈਂ ਸਮਝਦਾ ਕਿ ਆਜ਼ਾਦੀ ਦੇ ਇਸ ਖਿੱਤੇ 'ਚ ਪਹਿਲੇ ਘੁਲਾਟੀ ਹੈਗੇ ਆ, ਮੈਂ ਉਹਨਾਂ ਦੇ ਪ੍ਰਤੀ ਨਮਨ ਕਰਨਾ ਔਰ ਸਮਝਣਾ ਕਿ ਸੱਚੀ ਸ਼ਰਧਾਂਜਲੀ ਹੈਗੀ ਹੈ ਕਿ ਉਹਨਾਂ ਦੇ ਆਦਰਸ਼ਾਂ ਤੇ ਅਸੀਂ ਚੱਲੀਏ। ਬਿਲਕੁਲ। ਡਾਕਟਰ ਅਰੁਣ ਮਹਿਰਾ ਜੀ, ਤੁਸੀਂ ਪ੍ਰੋਗਰਾਮ 'ਚ ਆਏ, ਬਹੁਤ ਸਾਰੀ ਜਾਣਕਾਰੀ ਦਿੱਤੀ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੇ ਪਿਆਰੇ ਦਰਸ਼ਕੋ, ਪ੍ਰੋਗਰਾਮ ਗੱਲਾਂ ਤੇ ਗੀਤ ਇੱਥੇ ਖਤਮ ਹੁੰਦਾ ਹੈ। ਤੁਹਾਡਾ ਵੀ ਸ਼ੁਕਰੀਆ।